ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਨਿਮਾਣਿਆ ਕੇ ਮਾਣ, ਨਿਤਾਣਿਆ ਕੇ ਤਾਣ, ਨਿਓਟਿਆ ਕੀ ਓਟ, ਨਿਆਸਰਿਆ ਕੇ ਆਸਰਾ, ਨਿਗਤਿਆ ਕੀ ਗਤ, ਨਿਪਤਿਆ ਕੀ ਪਤ, ਗੁਰੂ ਗਰੀਬ ਨਿਵਾਜ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਏ। ਤਾਂ ਪਉ ਕਿਹਾ ਕਾੜਾ ਜੀਓ, ਤਾਂ ਪਉ ਕਿਹਾ ਕਾੜਾ ਜੀਓ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਮਾਤ ਪਿਤਾ ਹਮ ਬਾਰਕ। ਤੁਮ ਤੁਮ ਮਾਤ ਪਿਤਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੂੰ ਠਾਕੁਰ ਤੁਮ ਪੈ ਅਰਦਾਸ, ਤੂੰ ਠਾਕੁਰ ਤੁਮ ਪੈ ਅਰਦਾਸ। ਜਿਉ ਪਿੰਡ ਸਭ ਤੇਰੀ ਰਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ
पिता हम बारक। कोई न जाने तुमरा अंत, कोई ना जाने तुमरा अंत, कोई ना जाने तुमरा, कोई ना जाने तुमरा, तुमरा अंत, कोई न जाने तुमरा अंत। कोई ना जाने तुमरा अंत, कोई न जाने तुमरा अंत, कोई ना जाने तुमरा, कोई न जाने तुमरा अंत, कोई न जाने तुमरा अंत। ऊंचे से ऊंचा भगवंत, ऊंचे से ऊंचा भगवंत। तुम मात पिता हम बारक तेरे, तुम मात पिता हम बारक तेरे तुमरी कृपा मैं सुख सुखने रे, तुम्हारी कृपा मैं सुख कने रे। मात पिता हम बारक तेरे, तुम मात पिता हम बारक। सगल समगरी तुमरे सूतर तारी, सगल समगरी तुमरे सूतर तारी, तुम ते हो ऐसो आज्ञाकारी। तुम ते हो ऐसो आज्ञाकारी। मात पिता हम बारक तेरे, तुम मात पिता हम बारक तेरे, तुम्हारी कृपा मैं सुख कने रे, तुम्हारी कृपा मैं सुख कने रे। तुम मात पिता हम बारक तेरे, तुम मात पिता हम बारक। तुमरी गत मित तुम ही जानी, तुम्हारी गत मित तुम ही जानी। तुम्हारी गत मित तुम ही जानी, तुमरी गत मित तुम ही जानी। तुम्हारी गत मित तुम ही
ਮਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਨਾਨਕ ਦਾਸ ਸਦਾ ਕੁਰਬਾਨੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਤੁਮ ਮਾਤ ਪਿਤਾ ਹਮ, ਤੁਮ ਮਾਤ ਪਿਤਾ ਹਮ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਰਾਮਈਆ ਹਉ ਬਾਰਕ ਤੇਰਾ, ਰਾਮਈਆ ਹਉ ਬਾਰਕ ਤੇਰਾ। ਰਾਮਈਆ ਹਉ ਬਾਰਕ ਤੇਰਾ, ਰਾਮਈਆ ਹਉ ਬਾਰਕ ਤੇਰਾ। ਕਾਹੇ ਨਾ ਖੰਡਸ ਅਵਗਣ ਮੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਰਾਮਈਆ ਹਉ ਬਾਰਕ ਤੇਰਾ, ਰਾਮਈਆ ਹਉ ਬਾਰਕ ਤੇਰਾ। ਸੁਤ ਅਪਰਾਧ ਕਰਤ ਹੈ ਜੇਤੇ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇ। ਸੁਤ ਅਪਰਾਧ ਕਰਤ ਹੈ ਜੇਤੇ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇ। ਜਨਨੀ ਚੀਤ ਨ ਰਾਖਸ ਤੇ। ਰਾਮਈਆ ਹਉ ਬਾਰਕ ਤੇਰਾ, ਰਾਮਈਆ ਹਉ ਬਾਰਕ ਤੇਰਾ। ਕਾਹੇ ਨਾ ਖੰਡਸ ਅਵਗਣ ਮੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਰਾਮਈਆ ਹਉ ਬਾਰਕ ਤੇਰਾ, ਰਾਮਈਆ ਹਉ ਬਾਰਕ ਤੇਰਾ। ਜੇ ਅਤ ਕ੍ਰੋਧ ਕਰੇ ਕਰਤਾਇਆ, ਜੇ ਅਤ ਕ੍ਰੋਧ ਕਰੇ ਕਰਤਾਇਆ, ਤਾਂ ਵੀ ਚੀਤ ਨ ਰਾਖ ਸਮਾਇਆ।
ਜੇ ਅਤ ਕ੍ਰੋਧ ਕਰੇ ਕਰਤਾਇਆ ਤਾਂ ਵੀ ਚੀਤ ਨ ਰਾਖ ਸਮਾਇਆ ਤਾਂ ਵੀ ਚੀਤ ਨ ਰਾਖ ਸਮਾਇਆ ਰਾਮਈਆ ਬਾਰਕ ਤੇਰਾ ਰਾਮਈਆ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ ਕਾਹੇ ਨ ਖੰਡਸ ਅਵਗਣ ਮੇਰਾ ਰਾਮਈਆ ਹੋ ਬਾਰਕ ਤੇਰਾ ਰਾਮਈਆ ਹੋ ਬਾਰਕ ਤੇਰਾ ਚਿੰਤ ਭਵਨ ਮਨ ਪਰਿਓ ਹਮਾਰਾ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਰਾਮਈਆ ਹੋ ਬਾਰਕ ਤੇਰਾ ਰਾਮਈਆ ਹੋ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ ਕਾਹੇ ਨ ਖੰਡਸ ਅਵਗਣ ਮੇਰਾ ਰਾਮਈਆ ਹੋ ਬਾਰਕ ਤੇਰਾ ਰਾਮਈਆ ਹੋ ਬਾਰਕ ਤੇਰਾ ਦੇਹ ਬਿਮਲ ਮਤ ਸਦਾ ਸਰੀਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਮੈ ਕਬੀਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਮੈ ਕਬੀਰਾ ਸਹਿਜ ਸਹਿਜ ਗੁਣ ਰਮੈ ਕਬੀਰਾ ਰਾਮਈਆ ਹੋ ਬਾਰਕ ਤੇਰਾ ਰਾਮਈਆ ਹੋ ਬਾਰਕ ਤੇਰਾ ਕਾਹੇ ਨ ਖੰਡਸ ਅਵਗੁਣ ਮੇਰਾ ਕਾਹੇ ਨ ਖੰਡਸ ਅਵਗੁਣ ਮੇਰਾ ਰਾਮਈਆ ਹੋ ਬਾਰਕ ਤੇਰਾ ਰਾਮਈਆ ਹੋ ਬਾਰਕ ਤੇਰਾ ਸੁਤ ਅਪਰਾਧ ਕਰਤ ਹੈ ਜੇਤੇ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਤੇ ਤੇ ਸੁਤ ਅਪਰਾਧ ਕਰਤ ਹੈ ਜੇਤੇ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸਤੇ ਤੇ ਜਨਨੀ ਚੀਤ ਨ ਰਾਖਸਤੇ ਤੇ ਰਾਮਈਆ ਹੋ ਬਾਰ
ਰਾਮਈਆ ਹਉ ਬਾਰਕ ਤੇਰਾ ਕਾਹੇ ਨ ਖੰਡਸ ਅਵਗਣ ਮੇਰਾ ਕਾਹੇ ਨ ਖੰਡਸ ਅਵਗਣ ਮੇਰਾ ਰਾਮਈਆ ਹਉ ਬਾਰਕ ਤੇਰਾ ਰਾਮਈਆ ਹਉ ਬਾਰਕ ਤੇਰਾ ਰਾਮਈਆ ਹਉ ਬਾਰਕ ਤੇਰਾ ਰਾਮਈਆ ਹਉ ਬਾਰਕ ਤੇਰਾ सदा सदा हम छोहरे तुमरे तू प्रभ हमरो मीरा नानक बारक तुम मात पिता मुख नाम तुम्हारो खीरा रामैया हूँ बारक तेरा रामैया हूँ बारक तेरा हम बारक तुम पिता हमारे तुम मुख देवो खीरा हम खेले सब लाड लडावे तुम सद गुणी गहीरा रामैया हूँ बारक तेरा रामैया हूँ बारक तेरा रामैया हूँ बारक तेरा हूँ बारक तेरा जैसा बारक पाए सुभाई लख अपराध कमावे कर उपदेश छिड़के बो पाती बहुड़ पिता गल लावे पिछले औगण बख्श ले प्रभ आगे मार्ग पावे रामैया हूँ बारक तेरा रामैया हूँ बारक तेरा काहे ना खंड से अवगान मेरा रामैया हूँ बारक तेरा हूँ बारक तेरा हूँ बारक तेरा पिता कृपाल आज्ञा ए दीनी बारक मुख मांगे सो देना नानक बारक दर्श प्रभ चाहे मोए हृदय बसै नित चरना रामैया हूँ बारक तेरा रामैया हूँ बारक तेरा काहे न खंड से अवगान मेरा काहे न खंड से अवगान मेरा रामैया हूँ बारक तेरा रामैया हूँ बारक तेरा काहे न खंड से अवगुण मेरा काहे न खंड से अवगुण मेरा रामैया हूँ बारक तेरा रामैया हूँ बारक तेरा बारक तेरा परम सत्कारयोग
ਗੁਰੂ ਰੂਪ ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਆਪਣੀ ਨਜ਼ਰ ਕੀਤੀ ਹੈ, ਆਪਣੀ ਮਿਹਰ ਕੀਤੀ ਹੈ। ਜਿਸਨੋਂ ਤੇਰੀ ਮਿਹਰ ਸੋ ਤੇਰੀ ਬੰਦਗੀ। ਉਹਨੇ ਬਖਸ਼ਿਸ਼ ਕੀਤੀ, ਆਪਾਂ ਨੂੰ ਪ੍ਰੇਰਨਾ ਦੇ ਕੇ ਆਪਣੀ ਹਜ਼ੂਰੀ ਬਖਸ਼ੀ ਹੈ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਗੁਰੂ ਕੀ ਸੰਗਤ ਆਪਾਂ ਨੂੰ ਨਸੀਬ ਹੋਈ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਪਰਮਾਤਮਾ ਦੀ ਜਿਹੜੀ ਬਹੁਤ ਪਿਆਰੀ ਵਸਤੂ ਹੈ ਨਾ, ਉਹ ਸਾਧ ਸੰਗਤ ਹੈ। ਅਕਾਲ ਪੁਰਖ ਦੀ, ਵਾਹਿਗੁਰੂ ਦੀ ਜਿਹੜੀ ਅਤ ਪਿਆਰੀ ਵਸਤੂ ਹੈ, ਉਹ ਸਾਧ ਸੰਗਤ ਹੈ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਪਰਮਾਤਮਾ ਆਪ ਸੰਗਤ ਵਿੱਚ ਵਸਦਾ ਹੈ ਤੇ ਆਪਾਂ ਨੂੰ ਉਹ ਸੰਗਤ ਨਸੀਬ ਹੋਈ ਹੈ। ਘਰੇਲੂ ਕਾਰੋਬਾਰ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰੂ ਜਸ ਗਾਉਣ ਤੇ ਸਰਵਣ ਕਰਨ ਦਾ ਅਵਸਰ ਪ੍ਰਾਪਤ ਹੋਇਆ। ਆਪਾਂ ਨੂੰ ਜਦੋਂ ਵੀ ਮੌਕਾ ਬਣਦਾ ਹੈ, ਅਕਾਲ ਪੁਰਖ ਦੇ ਕੋਲੋਂ ਕੁਝ ਨਾ ਕੁਝ ਮੰਗਦੇ ਹਾਂ। ਤੇ ਉਹੋ ਹੀ ਇੱਕ ਥਾਂ ਹੈ ਜਿੱਥੋਂ ਜੋ ਮੰਗੀ ਉਹੀ ਉਹ ਮਿਲਦਾ ਹੈ। ਦੁਨਿਆਵੀ ਪਦਾਰਥ ਵੀ ਮਿਲਦੇ ਹਨ ਤੇ ਨਾਲ ਨਾਲ ਜੇ ਗੁਰੂ ਦੀ ਸੰਗਤ ਵਿੱਚ ਬੈਠੀਏ ਤੇ ਉਸ ਦਾ ਸ਼ੁਕਰ ਕਰਨ ਦਾ ਤਰੀਕਾ ਵੀ ਆ ਜਾਂਦਾ ਹੈ। ਜਿਸ ਅਕਾਲ ਪੁਰਖ ਕੋਲੋਂ, ਜਿਸ ਵਾਹਿਗੁਰੂ ਕੋਲੋਂ ਮੰਗਣਾ ਹੈ, ਉਸ ਦਾ ਨਾਮ ਗੁਰ ਤਾਰ ਤਾਰਨ ਹਾਰਿਆ, ਦੇਹ ਭਗਤ ਪੂਰਨ ਵਿਨਾਸੀ ਹੋਂ ਤੁਝ ਕੋ ਬਲਿਹਾਰਿਆ। ਤੇ ਸਾਧ ਸੰਗਤ ਜੀ ਮੰਗਣਾ ਹੈ ਬੱਚੇ ਬਣ ਕੇ, ਉਸ ਦੇ ਬਾਰਕ ਬਣ ਕੇ। ਬਾਲਕਾਂ ਨੂੰ ਵਸਤੂ ਮਿਲ ਜਾਂਦੀ ਹੈ। ਬੱਚਿਆਂ ਨੂੰ, ਬੱਚੇ ਆਪਣੇ ਮਾਂ-ਬਾਪ ਨੂੰ ਕਿਸੇ ਵੀ ਭਾਸ਼ਾ ਵਿੱਚ ਕਹਿਣ, ਕਿਸੇ ਵੀ ਬੋਲੀ ਵਿੱਚ ਕਹਿਣ, ਮਾਂ-ਬਾਪ ਬੱਚਿਆਂ ਦੀਆਂ ਰਮਜ਼ਾਂ ਸਮਝ ਜਾਂਦੇ ਨੇ। ਛੋਟੇ ਛੋਟੇ ਬੱਚੇ ਨਾ, ਜਿਹੜੇ ਆਪਣੀ ਰਸਨਾ ਤੋਂ ਬੋਲ ਵੀ ਨਹੀਂ ਸਕਦੇ, ਮਾਂ ਉਸ ਦੇ ਦੁੱਖ ਤੇ ਦਰਦ ਨੂੰ ਸਮਝਦੀ ਹੁੰਦੀ ਹੈ, ਕਿਉਂ ਰੋ ਰਿਹਾ ਹੈ। ਪੁਰਾਣਿਆਂ ਸਮਿਆਂ ਅੰਦਰ ਬੱਚਾ ਜਦੋਂ ਰੋਂਦਾ ਸੀ ਤੇ ਮਾਤਾ ਬਿਲਕੁਲ ਸਮਝ ਲੈਂਦੀ ਸੀ ਇਸ ਦੇ ਪੇਟ ਵਿੱਚ ਕੋਈ ਖਰਾਬੀ ਹੈ, ਤੇ ਉਸ ਨੂੰ ਉਸ ਹਿਸਾਬ ਨਾਲ ਕੋਈ ਦੇਸੀ ਦਵਾ ਦੇ ਦੇਣੀ, ਆਰਾਮ ਆ ਜਾਂਦਾ ਸੀ। ਤੇ ਪਰਮਾਤਮਾ ਤਾਂ ਬੜਾ ਬੇਅੰਤ ਹੈ, ਘਟ ਘਟ ਕੇ ਅੰਤਰ ਕੀ ਜਾਣਤ ਹੈ, ਤੇ ਬਿਨ ਬੋਲਿਆਂ ਸਭ ਕੁਛ ਜਾਣਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਉਸ ਨੂੰ ਪਤਾ ਹੈ ਕਿ ਜਗਤ ਵਿੱਚ ਕਿਹੜਾ ਮਨੁੱਖ ਕਿੰਨੀ ਕੁ ਵਸਤੂ ਹਜ਼ਮ ਕਰ ਸਕਦਾ ਹੈ। ਤੇ ਮੰਗ ਅਸੀਂ ਕਈ ਦਫਾ ਵਾਧੂ ਲੈਂਦੇ ਹਾਂ ਤੇ ਉਹ ਵੀ ਦੇ ਦਿੰਦਾ ਹੈ। ਇਹ ਉਸ ਦੀ ਖੂਬੀ ਹੈ, ਕਲਾ ਹੈ, ਵਡਿਆਈ ਹੈ। ਪਰ ਭਗਤ ਕਬੀਰ ਜੀ ਸਾਨੂੰ ਮੰਗਣ ਦੀ ਜਾਚ ਦੱਸਦੇ ਹਨ, ਢੰਗ ਦੱਸਦੇ ਹਨ। ਉਹ ਕਹਿੰਦੇ ਹਨ, ਹੇ ਅਕਾਲ ਪੁਰਖ ਜੀ, ਅਸੀਂ ਤਾਂ ਔਗੁਣਾਂ ਦੇ ਭਰੇ ਹੋਏ ਹਾਂ। ਸਾਡੀ ਤਾਂ ਇਹ ਮੰਗ ਹੈ ਕਿ ਇਹਨਾਂ ਨੂੰ, ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਦੇ ਔਗੁਣਾਂ ਵੱਲ ਨਹੀਂ ਦੇਖਦੀ, ਨਹੀਂ ਚਿਤਾਰਦੀ ਆਪਣੇ ਮਾਂ ਪੁੱਤਰਾਂ ਦੇ ਬੱਚਿਆਂ ਦੇ ਔਗੁਣਾਂ ਨੂੰ, ਸੋ ਤੇ ਅਪਰਾਧ ਕਰਤ ਹੈ ਜੇਤੇ। ਪੁੱਤਰ ਜਿੰਨੇ ਮਰਜ਼ੀ ਅਪਰਾਧ ਕਰੇ, ਔਗਣ ਕਰੇ, ਜਨਨੀ ਚੀਤ ਨ ਰਾਖਸ ਤੇਤੇ। ਜਨਨ ਵਾਲੀ ਜਿਹੜੀ ਮਾਤਾ ਹੈ, ਉਹਨੇ ਚੇਤੇ ਰੱਖਦੀ। ਜਦੋਂ ਇਸ ਤਰ੍ਹਾਂ ਬੱਚੇ ਬਣ ਕੇ ਅਸੀਂ ਅਕਾਲ ਪੁਰਖ ਕੋਲੋਂ ਕੋਈ ਵੀ ਵਸਤੂ ਮੰਗਾਂਗੇ, ਉਹੀ ਉਹ ਪ੍ਰਾਪਤ ਹੋ ਜਾਏਗੀ। ਸੋ ਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਆਓ ਫਿਰ ਇਸ ਸਤਰ ਦਾ, ਇਸ ਤੁਕ ਦਾ ਕੀਰਤਨ ਕਰੀਏ ਪਿਆਰ ਨਾਲ। ਰਾਮਈਆ ਹਉ ਬਾਰਕ ਤੇ, ਰਾਮਈਆ ਹਉ ਬਾਰਕ ਤੇਰਾ,
ਰਾਮਈਆ ਹੋ ਬਾਰਕ ਤੇਰਾ ਰਾਮਈਆ ਹਾਂ ਬਾਰਕ ਤੇਰਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਸ ਲਈ ਵਾਸਤੇ ਆਈਦਾ ਹੈ, ਜਦੋਂ ਬਾਣੀ ਸੁਣੀਏ ਤੇ ਪਰਮਾਤਮਾ ਪਿਤਾ ਨੂੰ ਵੀ ਕਹਿਣ ਵਾਸਤੇ ਬੜੀਆਂ ਸੇਧਾਂ ਮਿਲਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬੜੀਆਂ ਅਗਵਾਈਆਂ ਮਿਲਦੀਆਂ ਹਨ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਿਕ ਭੂਖ ਕੈਸੀ। ਕਹਿੰਦੇ ਜਿਹਦਾ ਪਿਤਾ ਮਾਲਕ ਪ੍ਰਮਾਤਮਾ ਆਪ ਹੋਵੇ, ਉਹਨੂੰ ਕਿਸੇ ਗੱਲ ਦੀ ਵੀ ਕੋਈ ਭੁੱਖ ਨਹੀਂ ਰਹਿ ਸਕਦੀ। ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ ਉਸ ਸੇਵਕ ਦੀਆਂ, ਜਿਹੜਾ ਬੱਚਾ ਬਣ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ, ਤਿਸ ਬਾਰਿਕ ਭੂਖ ਕੈਸੀ। ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬਾਛੈ ਸੋ ਲੈਸੀ। ਰਾਮਈਆ ਹੋ ਬਾਰਿਕ ਤੇਰਾ। ਰਾਮਈਆ ਹੋ ਬਾਰਿਕ ਤੇਰਾ। ਚੰਚਲ ਮਤ ਬਾਰਿਕ ਬਪਰੇ ਕੀ, ਸਰਬ ਅਗਨ ਕਰ ਮੇਲੇ। ਮਾਤ ਪਿਤਾ ਕੰਠ ਲਾਏ ਰਾਖੈ, ਆਨੰਦ ਸਹਿਜ ਤਬ ਖੇਲੇ। ਰਾਮਈਆ ਹੋ ਬਾਰਿਕ ਤੇਰਾ। ਰਾਮਈਆ ਹੋ ਬਾਰਿਕ ਤੇਰਾ। ਦਇਆ ਦਇਆ ਕਰ ਰੱਖਿਓ ਹਰ ਜੀਓ, ਹਮ ਦੀਨ ਤੇਰੀ ਸਰਣਾਈ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਈ। ਰਾਮਈਆ ਹਾਂ ਬਾਰਿਕ ਤੇਰਾ। ਰਾਮਈਆ ਹਾਂ ਬਾਰਿਕ ਤੇਰਾ। ਹਮ ਬਾਰਿਕ ਗੁਰ ਅਗਮ ਗੁਸਾਈ, ਗੁਰ ਕਰ ਕਿਰਪਾ ਪ੍ਰਤਪਾਲਾ। ਬਿਖ ਭੌਜਲ ਡੁੱਬਦੇ ਕਾਢ ਲਿਹੋ ਪ੍ਰਭ, ਗੁਰ ਨਾਨਕ ਬਾਲ ਗੋਪਾਲਾ। ਰਾਮਈਆ ਹਾਂ ਬਾਰਿਕ ਤੇਰਾ। ਰਾਮਈਆ ਹਾਂ ਬਾਰਿਕ ਤੇਰਾ। ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਡਾਇਆ। ਭੂਲੇ ਚੂਕੇ ਬਾਰਕ, ਤੂੰ ਹਰ ਪਿਤਾ ਮਾਇਆ। ਰਾਮਈਆ ਹਾਂ ਬਾਰਿਕ ਤੇਰਾ। ਰਾਮਈਆ ਹਾਂ ਬਾਰਿਕ ਤੇਰਾ। ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਪ੍ਰਭ ਪਾਇਆ। ਹਉ ਪੂਤ ਤੇਰਾ ਤੂੰ ਬਾਪ ਮੇਰਾ, ਇਕੈ ਠਾਹਰ ਦੁਹਾਂ ਬਸੇਰਾ। ਰਾਮਈਆ ਹਉ ਬਾਰਿਕ ਤੇਰਾ। ਰਾਮਈਆ ਹਉ ਬਾਰਿਕ ਤੇਰਾ। ਕਾਹੇ ਨਾ ਖੰਡੇ ਸੇ ਅਵਗਨ ਮੇਰਾ। ਕਾਹੇ ਨਾ ਖੰਡੇ ਸੇ ਅਵਗਨ ਮੇਰਾ। ਰਾਮਈਆ
बारक तेरा काहे न खंडस अवगुण मेरा काहे न खंडस अवगुण मेरा रामैया हो बारक तेरा रामैया हो बारक तेरा जे अत क्रोध करे कर ताया जे अत क्रोध करे कर ताया तांबी चीत न राख माया तांबी चीत न राख समाया रामैया हो बारक तेरा रामैया हो बारक तेरा काहे न खंडस अवगुण मेरा काहे न खंडस अवगुण मेरा रामैया हो बारक तेरा रामैया हो बारक तेरा सुत अपराध करत है जेते जननी चीत न राख सतेते रामैया हो बारक तेरा काहे न खंडस अवगुण मेरा जे अत क्रोप करे करताया तांबी चीत न राख समाया चिंत भवन मन परयो हमारा नाम बिना कैसे उतर सुपारा देह बिमल मत सदा शरीरा देह बिमल मत सदा शरीरा सहज सहज गुण रमै कबीरा सहज सहज गुण रमै कबीरा रामैया हो बारक तेरा रामैया हो बारक तेरा काहे न खंडस अवगुण मेरा काहे न खंडस अवगुण मेरा रामैया हो बारक तेरा रामैया हो बारक तेरा बारक तेरा। एक ਸਮਾਂ ਆਇਆ 10ਵੇਂ ਪਾਤਸ਼ਾਹ ਜੀ ਦੇ ਜੀਵਨ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਰਾਸ਼ਨ ਮੁੱਕ ਗਿਆ ਤੇ ਸਿੰਘਾਂ ਨੇ ਆਗਿਆ ਮੰਗ ਲਈ ਜਿਨ੍ਹਾਂ ਦੇ ਜਥੇਦਾਰ ਭਾਈ ਮਹਾ ਸਿੰਘ ਆਗਿਆ ਦੇ ਦਿਓ ਜੀ ਹੁਣ ਨਹੀਂ ਲੜਾਈ ਹੁੰਦੀ ਭੁੱਖੇ ਭਗਤ ਨਾ ਕੀਜੇ ਵਾਲੀ ਗੱਲ ਤੇ ਖੰਡੇ ਕਿੱਦਾਂ ਵਗਣ ਜਿੱਥੇ ਭਗਤੀ ਨਹੀਂ ਹੋ ਸਕਦੀ ਤੇ ਉੱਥੇ ਲੜਾਈ ਕਿਸ ਤਰ੍ਹਾਂ ਹੋ ਸਕਦੀ ਹੈ ਭੁੱਖਿਆਂ ਤੋਂ ਇਹ ਕਹਿ ਕੇ ਆਗਿਆ ਮੰਗਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਥੋੜਾ ਸਮਾਂ ਹੋਰ ਰੁਕੋ ਅਕਾਲ ਪੁਰਖ ਬਖਸ਼ਿਸ਼ ਕਰਨ ਵਾਲਾ ਪਰ ਨਹੀਂ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਲਿਖ ਕੇ ਦੇ ਦਿਓ ਵੀ ਅਸੀਂ ਤੁਹਾਡੇ ਕੁਝ ਨਹੀਂ ਲੱਗਦਾ ਸੱਚੇ ਪਾਤਸ਼ਾਹ ਕਹਿੰਦੇ ਲਿਖ ਕੇ ਦੇ ਦਿਓ ਭਈ
ਅਸੀਂ ਤੁਹਾਡੇ ਕੁਝ ਨਹੀਂ ਲੱਗਦੇ, ਤੁਸੀਂ ਸਾਡੇ ਕੁਝ ਨਹੀਂ ਲੱਗਦੇ। ਭੁੱਖ ਦੇ ਦੁੱਖ ਤੋਂ ਤੰਗ ਆ ਕੇ ਐਸਾ ਵੀ ਹੋਇਆ, ਲਿਖ ਕੇ ਦੇ ਦਿੱਤਾ, ਅੱਜ ਤੋਂ ਅਸੀਂ ਤੁਹਾਡੇ ਸਿੰਘ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ। ਐਡੀ ਵੱਡੀ ਭੁੱਲ। ਜ਼ੁਬਾਨੀ ਕਲਾਮੀ ਕੋਈ ਗੱਲ ਹੋ ਜਾਏ ਤਾਂ ਗੱਲ ਵੱਖਰੀ ਹੈ, ਲਿਖ ਕੇ ਦੇ ਦੇਣਾ। ਜਿਸ ਖਾਲਸੇ ਨੂੰ ਸੱਚੇ ਪਾਤਸ਼ਾਹ ਨੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ, ਉਹ ਵੀ ਭੁੱਲ ਸਕਦਾ ਹੈ, ਪਰ ਗੁਰੂ ਐਡਾ ਬਖਸ਼ਿੰਦ ਹੈ ਕਿ ਉਸ ਖਾਲਸੇ ਨੇ ਜਿਸ ਨੇ ਲਿਖ ਕੇ ਦੇ ਦਿੱਤਾ, ਜਿਨ੍ਹਾਂ ਦੇ ਜਥੇਦਾਰ ਭਾਈ ਮਹਾ ਸਿੰਘ ਹਨ, ਫਿਰ ਇਸ ਗਲਤੀ ਨੂੰ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਹੋਈ ਹੈ, ਤੇ ਫਿਰ ਉਸ ਗਲਤੀ ਨੂੰ ਮੁਕਤਸਰ ਦੀ ਜੰਗ ਵਿੱਚ ਮੈਦਾਨ ਵਿੱਚ, ਜੰਗ ਦੇ ਮੈਦਾਨ ਵਿੱਚ ਲੜਾਈ ਕਰਕੇ ਇਸ ਗਲਤੀ ਨੂੰ ਮਿਟਾਉਣ ਦਾ ਯਤਨ ਕੀਤਾ ਕਿ ਸੱਚੇ ਪਾਤਸ਼ਾਹ ਬਖਸ਼ ਦੇਣ। ਕਾਫੀ ਜਥੇ ਦੇ ਸਿੰਘ ਸ਼ਹੀਦ ਹੋ ਗਏ। ਸੱਚੇ ਪਾਤਸ਼ਾਹ ਉੱਚੀ ਟਿੱਬੀ ਤੇ ਇਹ ਨਜ਼ਾਰਾ ਦੇਖ ਰਹੇ ਸਨ ਕਿ ਥੱਲੇ ਦੁਸ਼ਮਣਾਂ ਦੇ ਆਹੂ ਲਾ ਲਾ ਕੇ ਕੁਝ ਸਿੰਘ ਸ਼ਹੀਦ ਹੋ ਰਹੇ ਨੇ। ਜਿੱਤ ਹੋਈ ਸੱਚੇ ਪਾਤਸ਼ਾਹ ਜੀ ਦੀ। ਬਿਲਕੁਲ ਕਰੀਬ ਸਨ ਪੰਜਾਂ ਪਿਆਰਿਆਂ ਦੇ ਮੋਢੀ ਭਾਈ ਦਇਆ ਸਿੰਘ ਜੀ। ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ, ਦਇਆ ਸਿੰਘ ਜੀ ਚਲੋ ਦੇਖੀਏ ਇਹ ਜੰਗ ਵਿੱਚ, ਇਸ ਜੰਗ ਵਿੱਚ ਉਹ ਸ਼ਹੀਦ ਹੋਣ ਵਾਲੇ ਕਿਹੜੇ ਸਿੰਘ ਹਨ ਤੇ ਕਿੱਥੋਂ ਆਏ ਨੇ, ਜਿਨ੍ਹਾਂ ਨੇ ਸਾਡਾ ਇਸ ਦੁੱਖ ਦੇ ਵਿੱਚ ਵੀ ਸਾਥ ਦਿੱਤਾ ਹੈ। ਤੇ ਸੱਚੇ ਪਾਤਸ਼ਾਹ ਆਪਣੇ ਰੁਮਾਲ ਦੇ ਨਾਲ ਉਹਨਾਂ ਮਰ ਜੀਵੜਿਆਂ ਦੇ ਚਿਹਰੇ ਸਾਫ਼ ਕਰ ਰਹੇ ਨੇ ਤੇ ਨਾਲ ਖਿਤਾਬ ਦੇ ਰਹੇ ਨੇ, ਇਹ ਮੇਰਾ 5000 ਹੀ ਹੈ, 5000 ਨੂੰ ਮਾਰ ਕੇ ਸ਼ਹੀਦ ਹੋਇਆ ਹੈ। ਇਹ ਮੇਰਾ 10,000 ਹੀ ਹੈ, 10,000 ਨੂੰ ਮਾਰ ਕੇ ਸ਼ਹੀਦ ਹੋਇਆ ਹੈ। ਇਹ ਖਿਤਾਬ ਤੇ ਅਹੁਦੇ ਬਖਸ਼ ਰਹੇ ਨੇ ਸੱਚੇ ਪਾਤਸ਼ਾਹ। ਹਾਲੇ ਇਸ ਤਰ੍ਹਾਂ ਚਿਹਰੇ ਸਾਫ਼ ਕਰ ਕਰਕੇ ਸੱਚੇ ਪਾਤਸ਼ਾਹ ਦਰਸ਼ਨ ਕਰ ਰਹੇ ਸਨ ਸ਼ਹੀਦਾਂ ਦੇ। ਇੰਨੇ ਚਿਰ ਨੂੰ ਜਥੇਦਾਰ ਮਹਾ ਸਿੰਘ ਜੀ ਜੋ ਯਾਦ ਕਰ ਰਹੇ ਸਨ ਕਿ ਕਦੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਇਸ ਮੈਦਾਨ ਵਿੱਚ ਦਰਸ਼ਨ ਦੇ ਦੇਣ, ਤੇ ਕਹਿ ਰਹੇ ਸਨ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗਿਆ ਮਾਰਗ ਪਾਵੇ। ਗੁਰੂ ਘਰ ਦੀ ਇੰਨੀ ਵਡਿਆਈ ਹੈ ਕਿ ਕੋਈ ਸਿੰਘ ਕਦੀ ਲਿਖ ਕੇ ਦੇ ਆ ਗਿਆ ਤੇ ਮੁਸੀਬਤ ਦੇ ਦਿਨਾਂ ਵਿੱਚ ਲਿਖ ਕੇ ਦੇ ਕੇ ਆਇਆ, ਤੇ ਫਿਰ ਜੇ ਹਜ਼ੂਰੀ ਵਿੱਚ ਆ ਕੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ ਵੀ ਅਸੀਂ ਜਿਸ ਤਰ੍ਹਾਂ ਮਾਂ ਨੂੰ ਬੱਚੇ ਪਿਆਰੇ ਹੁੰਦੇ ਹਨ, ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬੱਚੇ ਹਾਂ, ਪੂਰਵ ਪ੍ਰੀਤ ਗੋਬਿੰਦ ਵਿਚਾਰੋ, ਪੁਰਾਣੀ ਪ੍ਰੀਤ ਨੂੰ ਯਾਦ ਕਰੋ, ਉਸ ਗਲਤੀ ਵੱਲ ਨਾ ਦੇਖੋ ਜੋ ਤੁਹਾਨੂੰ ਲਿਖ ਕੇ ਦੇ ਦਿੱਤਾ ਸੀ, ਤੇ ਬਖਸ਼ਿਸ਼ ਕਰੋ, ਮਿਹਰ ਕਰੋ, ਦਰਸ਼ਨ ਬਖਸ਼ੋ। ਇਸ ਤਰ੍ਹਾਂ ਕਰਦਿਆਂ ਨੂੰ ਹੀ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾ ਸਿੰਘ ਜੀ ਦੇ ਕੋਲ ਪਹੁੰਚ ਗਏ। ਰਾਮਈਆ ਹੋਂ ਬਾਰਕ ਤੇਰਾ, ਰਾਮਈਆ ਹੋਂ ਬਾਰਕ ਤੇਰਾ, ਕਹਿਣਾ ਖੰਡ ਸੇ ਅਵਗਣ ਮੇਰਾ, ਕਹਿਣਾ ਖੰਡ ਸੇ ਅਵਗਣ ਮੇਰਾ, ਰਾਮੀਆ ਹੋਂ ਬਾਰਕ ਤੇਰਾ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡ ਸੇ ਅਵਗਣ ਮੇਰਾ, ਕਾਹੇ ਨਾ ਖੰਡ ਸੇ ਅਵਗਣ ਮੇਰਾ, ਰਾਮਈਆ ਹੋਂ ਬਾਰਕ ਤੇਰਾ, ਰਾਮਈਆ ਹੋਂ ਬਾਰਕ ਤੇਰਾ। ਸੱਚੇ ਪਾਤਸ਼ਾਹ ਪਹੁੰਚੇ ਜਥੇਦਾਰ ਮਹਾ ਸਿੰਘ ਜੀ ਦੇ ਕੋਲ ਤੇ ਯਾਦ ਹੀ ਕਰ ਰਹੇ ਸਨ। ਜਥੇਦਾਰ ਜੀ ਜਾ ਕੇ ਚਿਹਰਾ ਸਾਫ਼ ਕੀਤਾ
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੇਤਰਾਂ ਵਿੱਚੋਂ ਜਲ ਪਰ ਆਇਆ। ਇਹ ਤਾਂ ਉਹੀ ਜਥੇਦਾਰ ਹੈ ਦਇਆ ਸਿੰਘ ਜੀ, ਜਿਹੜਾ ਵਿਦਾਵਾ ਲਿਖ ਕੇ ਦੇ ਰਿਹਾ ਸੀ ਪਰ ਯਾਦ ਕਰ ਰਿਹਾ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਪਾਏ, ਜਥੇਦਾਰ ਜੀ ਨੇ ਨਿਹਾਲ ਨਿਹਾਲ ਹੋ ਗਏ। ਕਹਿਣ ਲੱਗੇ ਸੱਚੇ ਪਾਤਸ਼ਾਹ ਬੜੀ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜਥੇਦਾਰ ਜੀ, ਦੁਨੀਆ ਦੀ ਤਾਂ ਕੀ ਗੱਲ ਕਰਨੀ ਹੈ, ਜੇ ਦੋ ਜਹਾਨਾਂ ਵਿੱਚ ਵੀ ਕੋਈ ਵਸਤੂ ਤੁਹਾਡੀ ਪਿਆਰੀ ਹੈ ਤਾਂ ਉਹ ਮੰਗ ਲਵੋ। ਕੋਈ ਰਾਜ ਭਾਗ ਚਾਹੀਦਾ ਹੈ ਤਾਂ, ਦੁਨਿਆਵੀ ਕੋਈ ਪਦਾਰਥ ਚਾਹੀਦਾ ਹੈ। ਇਸ ਵੇਲੇ ਅਕਾਲ ਪੁਰਖ ਤੁਹਾਡੇ ਤੇ ਖੁਸ਼ ਹੈ, ਗੁਰੂ ਨਾਨਕ ਤੁਹਾਡੇ ਤੇ ਖੁਸ਼ ਹੈ। ਸੱਚੇ ਪਾਤਸ਼ਾਹ ਦੀ ਹਜ਼ੂਰੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਰਸਦਿਆਂ ਹੋਇਆਂ ਜਥੇਦਾਰ ਜੀ ਕਹਿਣ ਲੱਗੇ ਜੀ, ਬਹੁਤ ਵੱਡੀ ਜ਼ਿੰਦਗੀ ਵਿੱਚ ਭੁੱਲ ਕੀਤੀ ਸੀ, ਜਿਹੜਾ ਤੁਹਾਨੂੰ ਲਿਖ ਕੇ ਦੇ ਆਏ ਸਾਂ ਵੀ ਅਸੀਂ ਤੁਹਾਡੇ ਕੁਝ ਨਹੀਂ ਲੱਗਦੇ ਤੇ ਤੁਸੀਂ ਸਾਡੇ ਕੁਝ ਨਹੀਂ, ਉਹ ਕਾਗਜ਼ ਕਿਤੇ ਸੰਭਾਲ ਕੇ ਤੁਸੀਂ ਰੱਖਿਆ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਅਨੰਦਪੁਰ ਨੂੰ ਛੱਡ ਆਏ ਹਾਂ, ਸਾਹਿਬਜ਼ਾਦਿਆਂ ਦਾ ਪਤਾ ਨਹੀਂ, ਸ਼ਹੀਦ ਹੋ ਗਏ ਨੇ, ਪਰਿਵਾਰ ਸਾਰਾ ਘਰੋਂ ਬੇਘਰ ਹੋਇਆ ਹੈ, ਪਰ ਉਹ ਤੁਹਾਡਾ ਕਾਗਜ਼ ਸਾਂਭ ਕੇ ਰੱਖਿਆ ਹੈ। ਕਮਰ ਕਸੇ ਦੇ ਵਿੱਚ ਬੰਨਿਆ ਹੋਇਆ ਸੀ, ਕੱਢ ਕੇ ਸੱਚੇ ਪਾਤਸ਼ਾਹ ਜੀ ਨੇ ਜਥੇਦਾਰ ਸਾਹਿਬ ਜੀ ਨੂੰ ਦਿਖਾਇਆ। ਕਹਿਣ ਲੱਗੇ ਸੱਚੇ ਪਾਤਸ਼ਾਹ ਅੱਜ ਟੁੱਟੀ ਗੰਢ ਲਵੋਗੇ ਜੇ ਮੇਰੀਆਂ ਅੱਖਾਂ ਦੇ ਸਾਹਮਣੇ ਇਸ ਵਿਦਾਵੇ ਵਾਲੇ ਕਾਗਜ਼ ਨੂੰ ਫਾੜ ਦਿਓ ਤਾਂ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰਾਂ ਦੇ ਘਰ ਵਿੱਚ ਆਏ ਹਨ। ਦਿਆਲੂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਦਾਵੇ ਵਾਲਾ ਕਾਗਜ਼ ਜਥੇਦਾਰ ਜੀ ਦੇ ਸਾਹਮਣੇ ਫਾੜ ਦਿੱਤਾ ਤੇ ਟੁੱਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਤੇ ਗੁਰੂ ਇਹ ਸਮਰੱਥ ਹੈ, ਗੁਰੂ ਦੇ ਵਿੱਚ ਇਹ ਖੂਬੀ ਹੈ, ਵਡਿਆਈ ਹੈ ਕਿ ਔਗਣ ਕੋ ਨਾ ਚਿਤਾਰੇ ਤੇ ਇੱਕ ਤਿਲ ਨਹੀਂ ਭੰਨੇ ਘਾਲੇ। ਤੋ ਸਾਧ ਸੰਗਤ ਜੀ, ਇਹ ਦਾਸ ਜਥੇ ਦਾ ਖਿਆਲ ਹੁੰਦਾ ਹੈ ਕਿ ਜਿਹੜਾ ਪ੍ਰਕਰਨ ਸ਼ਬਦ ਕੀਰਤਨ ਦਾ ਹੋਵੇ ਉਸੇ ਦੇ ਵਿੱਚ ਰਹਿ ਕੇ ਸਮਾਪਤੀ ਕੀਤੀ ਜਾਵੇ। ਇੱਕ ਸ਼ਬਦ ਦੀ ਹੋਰ ਹਾਜ਼ਰੀ। ਪਹਿਲਾ ਸ਼ਬਦ ਸੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਦੂਸਰਾ ਰਾਮਈਆ ਹੋਂ ਬਾਰਕ ਤੇਰਾ, ਤੇ ਤੀਸਰਾ ਸ਼ਬਦ ਕਹਿ ਕੇ ਸਮਾਪਤੀ ਕਰਦੇ ਹਾਂ ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਨ ਲਾਗੇ ਲਾਗਾ ਕਰੀ ਤੇਰਾ ਕਰਾਇਆ। ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਕਰ ਕਿਰਪਾ ਪ੍ਰਤਪਾਲਨ ਲਾਗਾ, ਕਰ ਕਿਰਪਾ ਪ੍ਰਤਪਾਲਨ ਲਾਗਾ, ਕਰੀ ਤੇਰਾ ਕਰਾਇਆ। ਕਰ ਕਿਰਪਾ ਪ੍ਰਤਪਾਲਨ ਲਾਗਾ, ਕਰ ਕਿਰਪਾ ਪ੍ਰਤਪਾਲਨ ਲਾਗਾ, ਕਰੀ ਤੇਰਾ ਕਰਾਇਆ, ਕਰੀ
ਪਿਤਾ ਹਰਿ ਰਾਇਆ ਮੇਰਾ ਮਾਤ ਪਿਤਾ ਹਰਿ ਰਾਇਆ ਮੇਰਾ ਮਾਤ ਪਿਤਾ ਹਰਿ ਰਾਇਆ ਮੇਰਾ ਮਾਤ ਪਿਤਾ ਹਰਿ ਰਾਇਆ ਸੋਈ ਕਰਾਏ ਜੋ ਤੁਧ ਭਾਵੇ ਸੋਈ ਕਰਾਏ ਜੋ ਤੁਧ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਸੋਈ ਕਰਾਏ ਜੋ ਤੁਧ ਭਾਵੇ ਸੋਈ ਕਰਾਏ ਜੋ ਤੁਧ ਭਾਵੇ ਮੋਹ ਸਿਆਣਪ ਕਛੂ ਨਾ ਆਵੇ ਮੋਹ ਸਿਆਣਪ ਕਛੂ ਨਾ ਆਵੇ ਮੇਰਾ ਮਾਤ ਪਿਤਾ ਹਰਿ ਰਾਇਆ 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 ਹਮ ਬਾਰਕ ਤੋ ਸਰਣਾਈ ਹਮ ਬਾਰਕ ਤੋ ਸਰਣਾਈ ਪ੍ਰਭ ਆਪੇ ਪੈਜ ਖਾਈ ਹਮ ਬਾਰਕ ਤੋ ਸਰਣਾਈ ਹਮ ਬਾਰਕ ਤੋ ਸਰਣਾਈ ਪ੍ਰਭ ਆਪੇ ਪੈਜ ਰਖਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰਿ ਰਾਇਆ 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 ਕਰ ਕਿਰਪਾ ਪ੍ਰਤਪਾਲਨ ਲਾਗਾ ਕਰ ਕਿਰਪਾ ਪ੍ਰਤਪਾਲਨ ਲਾਗਾ ਕਰੀ ਤੇਰਾ ਕਰਾਇਆ ਕਰੀ ਮਾਤ ਪਿਤਾ ਹਰਿ ਰਾਇਆ ਮੇਰਾ ਮਾਤ ਪਿਤਾ ਹਰਿ ਰਾਇਆ ਮੇਰਾ ਮਾਤ ਪਿਤਾ ਹਰਿ ਰਾਇਆ ਮੇਰਾ ਮਾਤ ਪਿਤਾ ਹਰਿ ਰਾਇਆ ਜੀ ਜੰਤ ਤੇਰੇ ਧਾਰੇ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ
जंत तेरे धारे प्रभ डोरी हाथ तुम्हारे जे करावे सोई करना जे करावे सोई करना नानक दास तेरी सरना नानक दास तेरी सरना पिता हर राया मेरा मात पिता हर राया मेरा मात पिता हर राया मेरा मात पिता हर राया कर कृपा प्रतिपालन लागा कर कृपा प्रतिपालन लागा करी तेरा कराया करी तेरा कराया मेरा मात पिता रे राया 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 राया ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਦੇ ਦਿਲੋਂ ਘਰੋਂ ਵਰਸਾਈਆਂ ਹੋਈਆਂ ਸਤਿਕਾਰਯੋਗ ਸੰਗਤਾਂ ਨੇ ਸ਼ਬਦ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਅਤੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਮਾਇਆ ਅਰਦਾਸ ਕਰਾਈ ਹੈ। ਪਾਤਸ਼ਾਹ ਜੀ ਸਭ ਦੀਆਂ ਹਾਜ਼ਰੀਆਂ ਥਾਏ ਪਾਵਣੀਆਂ ਆਪਣੇ ਦਿਲੋਂ ਘਰੋਂ ਨਾਮਦਾਨ ਤੇ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ। ਸਾਧ ਸੰਗਤ ਜੀ ਗੁਰੂ ਦੀ ਕਿਰਪਾ ਨਾਲ ਜਿਸ ਤਰ੍ਹਾਂ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਮੁਤਾਬਕ ਚੌਥੀ ਦਫਾ ਅਮਰੀਕਾ ਆਏ ਹਾਂ ਤੇ ਪਿਛਲੇ 2 ਟੂਰਾਂ ਵਿੱਚ ਫਰੀ ਮਾਉਂਟ ਇੱਕ ਵਾਰੀ ਤਾਂ 2 ਮਹੀਨੇ ਲਗਾਤਾਰ ਰਹੇ ਫਿਰ ਸਵਾ ਕੁ ਮਹੀਨਾ ਤੇ ਪਹਿਲੇ ਟੂਰ ਅੰਦਰ ਇਸ ਗੁਰੂ ਘਰ ਵਿੱਚ ਐਤਵਾਰ ਨੂੰ ਕੀਰਤਨ ਦੀਆਂ ਹਾਜ਼ਰੀਆਂ 1-2 ਵਾਰੀ ਭਰੀਆਂ ਹਨ ਤੇ ਪ੍ਰਬੰਧਕਾਂ ਦੇ ਹੁਕਮ ਮੁਤਾਬਕ ਇਹ ਕੁਝ ਸਮਾਂ 2 ਹਫ਼ਤਿਆਂ ਦਾ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਤੋ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਜਿੰਨਾ ਕੁ ਵੀ ਸਮਾਂ ਹੈ ਆਨੰਦ ਲੈਣਾ ਹੈ ਕਿਉਂਕਿ ਪਹਿਲਾਂ ਵੀ ਇਹ ਵਿਚਾਰ ਹੋਈ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਜੇ ਪਰਮਾਤਮਾ ਦੇ ਕੋਲ ਬੈਠਣ ਦਾ ਆਪਾਂ ਨੂੰ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋਵੇ ਤੇ ਇਹਦੇ ਨਾਲੋਂ ਕਿਹੜੀ ਚੰਗੀ ਗੱਲ ਹੈ। ਸੋ ਸਾਰੇ ਮਿਲ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਰ ਰਿਹਾ ਸੀ ਜਿਨ੍ਹਾਂ ਨੂੰ ਨਾਂ ਵੀ ਪਤਾ ਹੋਵੇ। ਇਹਨਾਂ ਦਾ ਨਾਂ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਹੈ। ਇਹਨਾਂ ਨੂੰ ਪਟਨੇ ਵਾਲੇ ਕਰਕੇ ਜਾਣਿਆ ਜਾਂਦਾ ਕਿਉਂਕਿ ਪਟਨਾ ਸਾਹਿਬ ਇਹ ਹਜ਼ੂਰੀ ਕੀਰਤਨੀਏ ਰਹੇ ਨੇ। ਸਾਡੇ ਸੁਭਾਗ ਨੇ ਕਿ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਸਮੇਂ ਸਮੇਂ ਸਾਨੂੰ ਮਹਾਨ ਕੀਰਤਨੀਆਂ ਤੋਂ ਅੰਮ੍ਰਿਤ ਪਾਣੀ
ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਾ ਕੀਰਤਨ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਦੇ ਪਾਸੋਂ ਸ਼ਰਵਣ ਕੀਤਾ। ਇਹ ਜੋ ਮਹਾਨ ਕੀਰਤਨ ਦੀ ਦਾਤ ਹੈ, ਸਤਿਗੁਰੂ ਜੀ ਨੇ ਇਸ ਨੂੰ ਇਸ ਕਲਯੁਗ ਦੇ ਸਮੇਂ ਦੇ ਅੰਦਰ ਪ੍ਰਧਾਨਤਾ ਬਖਸ਼ੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਅਤੇ ਜਿਹੜੇ ਜਪਦੇ ਹਨ, ਜਪਾਉਂਦੇ ਹਨ, ਉਹਨਾਂ ਨੂੰ ਸਤਿਗੁਰਾਂ ਨੇ ਮਹਾਨ ਵਿਸ਼ੇਸ਼ਤਾ ਦਿੱਤੀ ਹੈ, ਕਿਉਂਕਿ ਸੰਗਤ ਦੇ ਵਿੱਚ ਆ ਕੇ ਜੋ ਕੀਰਤਨ ਕਥਾ ਸਰਵਣ ਕਰਦਾ ਹੈ, ਉਸ ਨੂੰ ਜਿਸ ਤਰ੍ਹਾਂ ਸੋਇਨੇ ਦੇ ਉੱਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ, ਤੋ ਇਸ ਪ੍ਰਕਾਰ ਉਸ ਪ੍ਰਾਣੀ ਨੂੰ ਮਹਾਨ ਲਾਭ ਹੁੰਦਾ ਹੈ। ਸਤ ਸੰਗਤ ਦਾ ਬਹੁਤ ਉੱਚਾ ਦਰਜਾ ਸਤਿਗੁਰਾਂ ਨੇ ਬਿਆਨ ਕੀਤਾ ਹੈ ਬਾਣੀ ਦੇ ਅੰਦਰ, ਔਰ ਉਸ ਜਗ੍ਹਾ ਨੂੰ ਸਤਿਗੁਰਾਂ ਨੇ ਔਰ ਸਿਆਣਿਆਂ ਨੇ, ਸ਼ਾਸਤਰਕਾਰਾਂ ਨੇ ਮਹਾਨਤਾ ਦਿੱਤੀ ਹੈ, ਜਿਸ ਜਗ੍ਹਾ ਬੈਠ ਕੇ ਸਤ ਸੰਗਤ ਕੀਤੀ ਜਾਂਦੀ ਹੈ। ਭਾਵ ਜਿੱਥੇ ਬੈਠ ਕੇ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਇਤਨੀ ਮਹਾਨਤਾ ਦਿੱਤੀ ਹੈ। ਉਹ ਕਹਿੰਦੇ ਹਨ ਕਿ ਅਗਰ ਫਿਰਦੌਸ਼ ਬਰ ਰੂਏ ਜ਼ਮੀਨ ਅਸਤ, ਹਮੀਨ ਅਸਤੋ ਹਮੀਨ ਅਸਤੋ ਹਮੀਨ ਅਸਤੋ। ਜੇ ਕਿਤੇ ਇਸ ਸੰਸਾਰ 'ਤੇ ਸਵਰਗ ਹੈ ਤਾਂ ਉਹ ਇਸ ਜਗ੍ਹਾ ਹੀ ਸਵਰਗ ਮੰਨਿਆ ਜਾਵੇ ਤਾਂ ਚੰਗੀ ਗੱਲ ਹੈ, ਜਿਸ ਜਗ੍ਹਾ ਗੁਰੂ ਕੇ ਪਿਆਰੇ ਗੁਰੂ ਦਾ ਜਸ ਕਰ ਰਹੇ ਹਨ ਔਰ ਨਾਮ ਬਾਣੀ ਦਾ ਜਿੱਥੇ ਜਾਪ ਹੋ ਰਿਹਾ ਹੈ, ਤੋ ਆਪ ਨੇ ਕੀਰਤਨ ਸਰਵਣ ਕੀਤਾ ਹੈ। ਹੁਣ ਜੋ ਹਰ ਬੁੱਧਵਾਰ ਨੂੰ ਜਾਪ ਸਾਹਿਬ ਜੀ ਦੀ ਕਥਾ ਆਰੰਭ ਕੀਤੀ ਹੋਈ ਹੈ, ਉਸ ਦਾ 178ਵਾਂ ਜੋ ਸ਼ਲੋਕ ਹੈ ਉਹ ਆਰੰਭ ਹੁੰਦਾ ਹੈ, ਅਮਤੇਸ਼ਵਰ ਹੈ ਪਰਮੇਸ਼ਵਰ ਹੈ, ਅਕਿਰਤਾ ਕਿਰਤ ਹੈ, ਅਮਿਰਤਾ ਮਿਰਤ ਹੈ। ਇਸ ਬਾਣੀ ਦੇ ਅੰਦਰ ਦੀਨ ਦੁਨੀਆ ਦੇ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਲੱਖਣ ਵਰਣਨ ਕੀਤੇ ਹਨ, ਉਸ ਦੇ ਗੁਣ ਕਥਨ ਕੀਤੇ ਹਨ ਕਿ ਹੇ ਵਾਹਿਗੁਰੂ, ਹੇ ਅੰਤਰਜਾਮੀ, ਤੂੰ ਅੰਮ੍ਰਿਤ ਰੂਪ ਹੈ, ਤੂੰ ਅੰਮ੍ਰਿਤ ਦੀ ਦਾਤ ਦੇਣ ਵਾਲਾ ਹੈ। ਬਹੁਤ ਸਾਰੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਕਿਸੇ ਨੇ ਕਿਸੇ ਦੇ ਪਾਸੋਂ, ਕਿਸੇ ਨੇ ਕਿਸੇ ਪਾਸੋਂ, ਪਰ ਜੋ ਅੰਮ੍ਰਿਤ ਗੁਰੂ ਦੇ ਪਾਸ ਹੈ, ਗੁਰੂ ਉਸ ਅੰਮ੍ਰਿਤ ਦਾ ਘਰ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ। ਅੰਮ੍ਰਿਤ ਦਾ ਗੁਰੂ ਪਰਮੇਸ਼ਵਰ ਹੈ। ਭਾਵੇਂ ਸਿਕੰਦਰ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ ਕਿ ਅੰਮ੍ਰਿਤ ਦਾ ਕੁੰਟ ਜੋ ਹੈ ਉਹ ਇੱਕ ਫਲਾਣੇ ਪਹਾੜ ਦੇ ਅੰਦਰ ਹੈ, ਉੱਥੋਂ ਜਿਹੜਾ ਅੰਮ੍ਰਿਤ ਪੀ ਲੈਂਦਾ ਉਹ ਅਮਰ ਹੋ ਜਾਂਦਾ, ਮ੍ਰਿਤੂ ਤੋਂ ਰਹਿਤ ਹੋ ਜਾਂਦਾ, ਉਸ ਦੇ ਉੱਤੇ ਫਿਰ ਮੌਤ ਹਾਵੀ ਨਹੀਂ ਹੁੰਦੀ ਜਿਹੜਾ ਅੰਮ੍ਰਿਤ ਪੀ ਲਵੇ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਵੀ ਕਥਨ ਕੀਤਾ ਕਿ ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਹ ਪ੍ਰਾਣੀ, ਉਹ ਜੀਵ ਅਮਰ ਹੋ ਜਾਂਦਾ ਹੈ ਜਿਹੜਾ ਅੰਮ੍ਰਿਤ ਦੇ ਤਾਈਂ ਪੀ ਲੈਂਦਾ। ਸਿਕੰਦਰ ਬਾਦਸ਼ਾਹ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਕਿ ਮੈਂ ਵੀ ਉਸ ਅੰਮ੍ਰਿਤ ਦੀ ਖੋਜ ਕਰਾਂ, ਉੱਥੇ ਜਾ ਕੇ ਅੰਮ੍ਰਿਤ ਪੀ ਲਵਾਂ ਅਤੇ ਅਮਰ ਹੋ ਜਾਵਾਂ। ਕਿਸੇ ਸਿਆਣੇ ਦਾ ਕਥਨ ਹੈ ਕਿ ਸ਼ਾਹ ਸਿਕੰਦਰ ਭਾਲੇ ਆਪ ਹਿਆਤ ਨੂੰ, ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ, ਕਦੇ ਨਾ ਪੀਤਾ ਪਿਆਲਾ ਦਸਤ ਭਰ, ਵਜੀਦਾ ਸਾਹਿਬ ਨੂੰ ਕੌਣ ਆਖੇ ਇੰਜ ਨਹੀਂ ਇੰਜ ਕਰ। ਜਦੋਂ ਉਰਵਸੀ ਨੇ ਉਸ ਨੂੰ ਅੰਮ੍ਰਿਤ ਦਾ ਉਹ ਭਰਿਆ ਹੋਇਆ ਬੁੱਕ ਨਾ ਪੀਣ ਦਿੱਤਾ, ਹਾਸੇ ਦੀ ਆਵਾਜ਼ ਕੀਤੀ, ਤਾਂ ਸਿਕੰਦਰ ਬਾਦਸ਼ਾਹ ਨੇ, ਕਹਿੰਦੇ ਹਨ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਵੀ ਕਥਨ ਕੀਤਾ ਹੈ ਕਿ ਉਸ ਅੰਮ੍ਰਿਤ ਦੇ ਭਰੇ ਹੋਏ ਬੁੱਕ ਨੂੰ ਉੱਥੇ ਹੀ ਪਾ ਦਿੱਤਾ, ਡੋਲ ਦਿੱਤਾ। ਅਤੇ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਭਾਗਾਂ ਤੋਂ ਬਿਨਾਂ ਅੰਮ੍ਰਿਤ ਦੀ ਦਾਤ ਜੋ ਹੈ ਇਹ ਵੀ ਨਹੀਂ ਪ੍ਰਾਪਤ ਹੁੰਦੀ। ਇਹ ਜੋ ਦਾਤ ਹੈ ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਜੋ ਹੈ ਇਹ ਗੁਰੂ ਦੇ ਪਾਸੋਂ ਹੀ ਸਾਨੂੰ ਪੰਜਾਂ ਪਿਆਰਿਆਂ ਦੁਆਰਾ ਪ੍ਰਾਪਤ ਹੁੰਦਾ ਹੈ, ਔਰ ਪੰਜ ਪਿਆਰੇ ਫਿਰ ਉਪਦੇਸ਼ ਦਿੰਦੇ ਹਨ, ਸਿੱਖਿਆ ਦਿੰਦੇ ਹਨ, ਜੋ ਗੁਰੂ ਦੀ ਬਖਸ਼ਿਸ਼ ਹੈ ਕਿ ਭਾਈ ਇਸ ਢੰਗ ਦੇ ਨਾਲ, ਇਸ ਤਰੀਕੇ ਦੇ ਨਾਲ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਆਪਣਾ ਜੀਵਨ ਜੋ ਹੈ ਉਹ ਦੁਨੀਆ ਦੇ ਅੰਦਰ ਬਤੀਤ ਕਰਨਾ ਹੈ, ਸਫਲਾ ਕਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਦੇ ਹਨ ਕਿ ਹੇ ਵਾਹਿਗੁਰੂ, ਆਪ ਮਿਰਤੂ ਤੋਂ ਰਹਿਤ ਹੋ। ਮਿਰਤੂ ਤੋਂ ਰਹਿਤ ਬਹੁਤ ਸਾਰੇ ਲੋਕਾਂ ਨੇ ਮੰਨਿਆ। ਕੋਈ ਕਹਿੰਦਾ ਹੈ ਬ੍ਰਹਮਾ ਮਿਰਤੂ ਤੋਂ ਰਹਿਤ ਹੈ, ਕੋਈ ਵਿਸ਼ਨੂੰ ਨੂੰ ਮੰਨਦਾ ਹੈ, ਕੋਈ ਦੇਵੀ ਦੇਵਤਿਆਂ ਨੂੰ ਮੰਨਦਾ ਹੈ, ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਕਿਸੇ ਨੂੰ ਮੰਨਦਾ ਹੈ। ਪਰ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਇਹ ਬਾਣੀ ਹੈ, ਜਿਨ੍ਹਾਂ ਦੇ ਬਾਰੇ ਭਾਈ ਨੰਦ ਲਾਲ ਸਾਹਿਬ ਜੀ ਦਾ ਕਥਨ ਹੈ ਕਿ ਦੀਨੋ ਦੁਨੀਆ ਦਰਕ ਮੰਦੇ, ਆਏ ਪਰੀ ਰੁਖਸਾਰਮਾ,
ਹਰ ਦੋ ਆਲਮ ਕੀਮਤੇ ਜਗ ਤਾਰ ਮੂਏ ਯਾਰਮਾ। ਉਹਨਾਂ ਨੇ ਇਹ ਸਪਸ਼ਟ ਕਰਕੇ ਦੱਸ ਦਿੱਤਾ ਹੈ, ਆਪਣੀ ਬਾਣੀ ਦੇ ਅੰਦਰ ਲਿਖ ਦਿੱਤਾ ਹੈ ਕਿ ਜਾਲ ਬੱਧੇ ਸਭ ਹੀ ਮ੍ਰਿਤ ਕੇ, ਕੋਈ ਰਾਮ ਰਸੂਲ ਨਾ ਬਾਚਨ ਪਾਏ। ਭਾਵੇਂ ਕੋਈ ਅਵਤਾਰ ਹੈ, ਭਾਵੇਂ ਕੋਈ ਦੇਵਤਾ ਹੈ, ਭਾਵੇਂ ਕੋਈ ਛੋਟਾ ਦੇਵਤਾ ਹੈ, ਇਹਨਾਂ ਦੀਆਂ ਵੀ ਬਹੁਤ ਸਾਰੀਆਂ ਜਾਤੀਆਂ ਹਨ, ਛੋਟੇ ਵੱਡੇ ਦੇਵਤੇ ਬੇਅੰਤ ਹੀ ਹਨ। ਤੋ ਇਸੇ ਤਰ੍ਹਾਂ ਭਾਵੇਂ ਕੋਈ ਵੱਡਾ ਅਵਤਾਰ ਹੈ, ਭਾਵੇਂ ਕੋਈ ਛੋਟਾ ਅਵਤਾਰ ਹੈ, ਇਹ ਸਾਰੇ ਕਾਲ ਦੇ ਚੱਕਰ ਦੇ ਵਿੱਚ ਹਨ। ਜਿਸ ਤਰ੍ਹਾਂ ਹਜ਼ੂਰ ਨੇ ਇੱਕ ਜਗ੍ਹਾ ਇਹ ਵੀ ਬਚਨ ਕਥਨ ਕੀਤੇ ਹਨ ਕਿ ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਇਹ ਸਾਰੇ ਕਾਲ ਦੇ ਚੱਕਰ ਦੇ ਵਿੱਚ ਫਸੇ ਹੋਏ ਹਨ ਔਰ ਫਸਾਏ ਹੋਏ ਹਨ। ਵਾਹਿਗੁਰੂ ਅੰਤਰਜਾਮੀ ਨੇ ਜਾਲ ਬੱਧੇ ਸਭ ਹੀ ਮ੍ਰਿਤ ਕੇ, ਕੋਈ ਰਾਮ ਰਸੂਲ ਨਾ ਬਾਚਨ ਪਾਏ। ਦਾਨਵ ਦੇਵ ਫਨਿੰਦ ਧਰਾ ਧਰ, ਭੂਤ ਭਵਿਖ ਉਪਾਏ ਮਿਟਾਏ। ਅੰਤ ਮਰੇ ਪਛਤਾਏ ਪ੍ਰਿਥੀ ਪਰ, ਜੇ ਜਗ ਮੈਂ ਅਵਤਾਰ ਕਹਾਏ। ਰੇ ਮਨ ਲੈਲ ਅਕੇਲ ਹੀ ਕਾਲ ਕੇ, ਲਾਗਤ ਕਾਹੇ ਨਾ ਪਾਇਨ ਧਾਏ। ਐ ਇਨਸਾਨ ਐ ਮਨੁੱਖ ਇਹ ਗੱਲ ਯਾਦ ਰੱਖ, ਭਾਵੇਂ ਕੋਈ ਕਿਤਨਾ ਵੀ ਵੱਡਾ ਬਾਦਸ਼ਾਹ ਹੈ, ਬੜੇ ਬੜੇ ਬਾਦਸ਼ਾਹ ਹੋ ਚੁੱਕੇ ਹਨ ਸੰਸਾਰ ਦੇ ਅੰਦਰ, ਅਤੇ ਉਹ ਵੀ ਇਸ ਸੰਸਾਰ ਦੇ ਜਿਨ੍ਹਾਂ ਨੇ ਕਹਿੰਦੇ ਹਨ ਕਿ ਕਾਲ ਨੂੰ ਪਾਵੇ ਦੇ ਨਾਲ ਬੰਨ੍ਹੀ ਰੱਖਿਆ, ਰਾਵਣ ਵਰਗਿਆਂ ਨੇ ਔਰ ਅਫਲਾਤੂ ਵਰਗਿਆਂ ਨੇ ਬਹੁਤ ਸਾਰੇ ਆਪਣੇ ਵਰਗੇ ਹੋਰ ਅਫਲਾਤੂ ਪੈਦਾ ਕਰ ਲਏ, ਉਹ ਵੀ ਇਸ ਸੰਸਾਰ 'ਤੇ ਰਹਿ ਨਹੀਂ ਸਕੇ। ਪ੍ਰੀਸਤ ਵਰਗੇ ਰਾਜਿਆਂ ਨੇ ਬੜੇ ਯਤਨ ਕੀਤੇ, ਜਿਨ੍ਹਾਂ ਦੇ ਮੁਤਲਕ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਹਿਸਕ੍ਰਿਤੀ ਬਾਣੀ ਦੇ ਅੰਦਰ ਉਚਾਰਨ ਕਰਦੇ ਹਨ ਕਿ ਬਹੁਤ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤਰ ਦਿਸ ਹੈ, ਬਿਖਮ ਥਾਨ ਬਸੰਤ ਉੱਚ ਹੈ, ਨਹਿ ਸਿਮਰਨ ਮਰਨ ਕਦੰਚ ਹੈ, ਹੋਵੰਤ ਆ ਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖਿਅਤੇ। ਔਰ ਕੀੜੀ ਦਾ ਰੂਪ ਤਛਕ ਨਾਗ ਨੇ ਜੋ ਧਾਰਨ ਕੀਤਾ ਹੋਇਆ ਸੀ, ਉਸ ਨੇ ਹੀ ਕਹਿੰਦੇ ਹਨ ਕਿ ਫੁੱਲ ਦੇ ਵਿੱਚ ਬੈਠੇ ਹੋਏ ਨੇ ਉਸ ਦੇ ਸਵਾਸਾਂ ਨੂੰ ਖਿੱਚ ਲਿਆ, ਭਾਵ ਉਸ ਦੀ ਮ੍ਰਿਤੂ ਕਰ ਦਿੱਤੀ ਔਰ ਮੌਤ ਹੋ ਗਈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਵਾਹਿਗੁਰੂ ਅੰਤਰਜਾਮੀ ਇਹਨਾਂ ਗੱਲਾਂ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ, ਔਰ ਨਾ ਉਹ ਜੰਮਦਾ ਹੈ ਅਤੇ ਨਾ ਮਰਦਾ ਹੈ। ਇੱਕ ਰਸ ਰਹਿਣ ਵਾਲਾ, ਨਾ ਉਹ ਮਰੈ ਨਾ ਠਾਗੇ ਜਾਹੇ, ਨਾ ਕਿਸੇ ਦੇ ਪਾਸੋਂ ਠੱਗਿਆ ਹੀ ਜਾਂਦਾ ਹੈ। ਐਸਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਮ੍ਰਿਤੂ ਤੋਂ ਰਹਿਤ ਸਰੂਪ ਹੈ। ਭਾਵੇਂ ਬਹੁਤ ਸਾਰੇ ਲੋਕਾਂ ਨੇ ਯਤਨ ਕੀਤੇ ਉਸ ਨੂੰ ਮਾਰਨ ਦੇ, ਪਰ ਉਹ ਕਿਸੇ ਦੇ ਪਾਸੋਂ ਮਰਦਾ ਨਹੀਂ। ਉਹ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੈ, ਕਰਨਾ ਕਿਰਤ ਹੈ, ਅਤੇ ਜਿਤਨੇ ਜੀਵ ਹਨ ਇਹ ਸਾਰੇ ਉਸ ਦੇ ਹੁਕਮ ਨਾਲ ਕਿਰਤ ਕਰ ਰਹੇ ਹਨ, ਅਤੇ ਵਾਹਿਗੁਰੂ ਅੰਤਰਜਾਮੀ ਇਹਨਾਂ ਦੇ ਪਾਸੋਂ ਕਿਰਤ ਕਰਵਾ ਰਿਹਾ ਹੈ ਅਤੇ ਆਪ ਵੀ ਇਹਨਾਂ ਨੂੰ ਪ੍ਰੇਰਨਾ ਕਰਦਾ ਹੈ। ਸਤਿਗੁਰੂ ਜੀ ਦਾ ਕਥਨ ਹੈ ਬਾਣੀ ਦੇ ਅੰਦਰ ਕਿ ਭਾਈ ਸੁਕ੍ਰਿਤ ਕੀਜੈ ਨਾਮ ਲੀਜੈ, ਨਰਕ ਮੂਲ ਨਾ ਜਾਈਐ, ਸ੍ਰੇਸ਼ਟ ਕਿਰਤ ਕਰੀਏ। ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਕਿਰਤ ਕਰਨ ਦੀ ਬਜਾਏ ਕੁਕਿਰਤ ਕਰਦੇ, ਖੋਟੇ ਕੰਮ ਕਰਦੇ, ਚੋਰੀਆਂ ਠੱਗੀਆਂ ਕਰਦੇ ਹਨ, ਅਤੇ ਜਦੋਂ ਪਕੜੇ ਜਾਂਦੇ ਹੈ ਫਿਰ ਉਹਨਾਂ ਨੂੰ ਸਜ਼ਾ ਮਿਲਦੀ ਹੈ ਔਰ ਫਿਰ ਰੋਂਦੇ ਹਨ। ਸਤਿਗੁਰੂ ਜੀ ਬਾਣੀ ਦੇ ਅੰਦਰ ਕਥਨ ਕਰਦੇ ਹਨ ਕਿ ਐ ਜੀਵ ਹੁਣ ਤੇਰਾ ਕਿਸੇ ਨੇ ਰੋਇਆ ਹੋਇਆ ਸੁਣਨਾ ਨਹੀਂ, ਹੁਣ ਸੁਣਿਆ ਕਿਆ ਰੂ ਆਇਆ, ਹੁਣ ਕਿਸ ਨੂੰ ਸੁਣਾ ਰਿਹਾ ਰੋ ਰੋ ਕੇ, ਉੱਚੀ ਉੱਚੀ ਰੋਣਾ, ਧਾਹਾਂ ਮਾਰਦਾ ਹੈ, ਅਤੇ ਹੁਣ ਤੇਰਾ ਕਿਸੇ ਨੇ ਵਾਲੀ ਵਾਰਸ ਨਹੀਂ ਬਣਨਾ, ਹੁਣ ਤੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਇਸ ਵਾਸਤੇ ਜੋ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਹੈ ਉਹ ਸ੍ਰੇਸ਼ਟ ਕਿਰਤ ਕਰਨ ਵਾਲਾ ਹੈ। ਕਰਨਾ ਨਾਮ ਹੈ ਕਿਰਪਾ ਦਾ, ਮਿਹਰ ਦਾ। ਸਤਿਗੁਰੂ ਜੀ ਸਾਰੇ ਜੀਵਾਂ ਦੇ ਉੱਤੇ ਮਿਹਰ ਦੀ ਨਿਗਾਹ ਕਰਨ ਵਾਲੇ, ਔਰ ਜਿਨ੍ਹਾਂ ਨੂੰ ਕੋਈ ਜਾਣਦਾ ਪਹਿਚਾਣਦਾ ਨਹੀਂ ਸੀ ਉਹਨਾਂ ਦੇ ਉੱਤੇ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਜਿਹੜੇ ਰੁਲਦੇ ਫਿਰਦੇ ਸਨ ਔਰ ਜਿਹੜੇ ਕਹਿੰਦੇ ਸਨ ਕਿ ਮਹਾਰਾਜ ਅਸੀਂ ਕੋਈ ਕੰਮ ਨਹੀਂ ਜਾਣਦੇ ਔਰ ਨਾ ਹੀ ਕਰ ਸਕਦੇ ਹਾਂ, ਆਪ ਸਾਡੇ ਉੱਤੇ ਕਿਰਪਾ ਦ੍ਰਿਸ਼ਟੀ ਕਰੋ, ਮਿਹਰ ਦੀ ਨਿਗਾਹ ਕਰੋ, ਉਹਨਾਂ ਦੇ ਉੱਤੇ ਮਿਹਰ ਦੀ ਨਿਗਾਹ ਕਰਕੇ ਸਤਿਗੁਰਾਂ ਨੇ ਉਹਨਾਂ ਨੂੰ ਨਜ਼ਰੋਂ ਨਜ਼ਰੀ ਨਿਹਾਲ ਕਰ ਦਿੱਤਾ ਔਰ ਉਹਨਾਂ ਨੂੰ ਬਾਦਸ਼ਾਹੀਆਂ ਦੇ ਦਿੱਤੀਆਂ ਹਨ। ਐਸੇ ਸਤਿਗੁਰੂ ਜੀ ਕਿਰਪਾ ਦੇ ਕਰਨ ਵਾਲੇ ਹਨ, ਮਿਹਰਾਂ ਦੇ ਘਰ ਹਨ। ਸਤਿਗੁਰੂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬੇਅੰਤ ਜੀਵਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਔਰ ਉਹਨਾਂ ਨੂੰ ਫਿਰ ਇਹੋ ਜਿਹਾ ਦਾਨ ਬਖਸ਼ਿਆ ਅਤੇ ਸਤਿਗੁਰਾਂ ਦੇ ਪਾਸੋਂ ਦਾਨ ਲੈ ਕੇ ਉਹਨਾਂ ਨੂੰ ਹੋਰ ਕਿਸੇ ਦੇ ਪਾਸੋਂ ਦਾਨ ਲੈਣ ਦੀ ਹੀ ਲੋੜ ਨਹੀਂ ਰਹੀ ਔਰ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਰਹੀ। ਐਸਾ ਸਤਿਗੁਰਾਂ ਨੇ ਉਹਨਾਂ ਨੂੰ ਮਹਾਨ ਕਿਰਪਾ ਦ੍ਰਿਸ਼ਟੀ ਕਰਕੇ ਵੱਡੇ ਤੋਂ ਵੱਡੇ ਸ਼ਾਹੂਕਾਰ ਧਨਾੜ ਬਣਾ ਦਿੱਤਾ ਹੈ। ਅਕਿਰਤਾ ਕਿਰਤ ਹੈ ਔਰ ਸਾਰੀਆਂ ਕਿਰਤਾਂ ਦੇ ਆਪ ਕਰਨ ਵਾਲੇ ਹਨ। ਆਪ ਸਤਿਗੁਰੂ ਅੰਤਰਜਾਮੀ ਜੀ ਸਰਬ ਕਲਾ ਸਮਰੱਥ ਹੈ, ਧਰਣੀ ਧ੍ਰਿਤ ਹੈ,
ਜੋ ਧਰਤੀ ਹੈ ਇਸ ਨੂੰ ਵੀ ਗੁਰੂ ਜੀ ਧੀਰਜ ਦੇਣ ਵਾਲੇ ਹਨ। ਸਤਿਗੁਰੂ ਜੀ ਬਾਣੀ ਦੇ ਅੰਦਰ ਕਥਨ ਕਰਦੇ ਹਨ ਕਿ ਜਿਹੜੀ ਧਰਤੀ ਹੈ ਇਹ ਦਇਆ ਅਤੇ ਧਰਮ ਦੇ ਆਸਰੇ ਖਲੋਤੀ ਹੈ। ਔਰ ਜੇ ਸੰਸਾਰ ਦੇ ਅੰਦਰ ਦਇਆ ਨਾ ਹੋਵੇ, ਜੀਵਾਂ ਦੇ ਉੱਤੇ ਦਇਆ ਨਾ ਕੀਤੀ ਜਾਵੇ ਔਰ ਫਿਰ ਜੀਵ ਧਰਮਾਤਮਾ ਨਾ ਹੋਣ ਤਾਂ ਇਹ ਦੋਵੇਂ ਹੀ ਥੰਮਲੇ ਹਨ ਇਸ ਧਰਤੀ ਨੂੰ ਖੜੀ ਕਰਨ ਦੇ, ਅਤੇ ਫਿਰ ਧਰਤੀ ਇਸਤ ਨਹੀਂ ਰਹਿ ਸਕਦੀ। ਧਰਮੀ ਲੋਕ ਬੇਅੰਤ ਹਨ ਇਸ ਸੰਸਾਰ ਦੇ ਅੰਦਰ ਔਰ ਬਹੁਤ ਸਾਰੇ ਪੁੰਨ ਕਰਮ ਕਰ ਰਹੇ ਹਨ, ਜਿਸ ਕਰਕੇ ਇਹ ਧਰਤੀ ਉਸ 'ਤੇ ਆਸਰੇ ਖੜੀ ਹੈ। ਅਮਤੇਸ਼ਵਰ ਹੈ ਸਤਿਗੁਰੂ ਅੰਤਰਜਾਮੀ ਜੀ, ਅੰਮ੍ਰਿਤ ਦੇ ਦਾਤੇ ਹਨ, ਅੰਮ੍ਰਿਤ ਦੀ ਸ਼ਕਤੀ ਦੇਣ ਵਾਲੇ ਹਨ ਔਰ ਅੰਮ੍ਰਿਤ ਦੇ ਕੇ ਅਮਰ ਕਰ ਦੇਣ ਵਾਲੇ ਹਨ। ਜਿਸ ਤਰ੍ਹਾਂ ਸਤਿਗੁਰੂ ਅੰਤਰਜਾਮੀ ਜੀ ਨੇ ਭਾਈ ਬਚਿੱਤਰ ਸਿੰਘ ਜੀ ਦੇ ਤਾਈਂ ਅੰਮ੍ਰਿਤ ਛਕਾਇਆ ਔਰ ਉਸ ਦਾ ਨਾਮ ਬਚਿੱਤਰ ਸਿੰਘ ਰੱਖਿਆ ਅਤੇ ਉਸ ਦੇ ਅੰਦਰ ਮਹਾਨ ਸ਼ਕਤੀ ਭਰ ਦਿੱਤੀ। ਜਦੋਂ ਪਹਾੜੀਆਂ ਦਾ ਹਾਥੀ ਆਇਆ ਲੋਹਗੜ੍ਹ ਸਾਹਿਬ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਵਾਸਤੇ, ਤਾਂ ਸਤਿਗੁਰਾਂ ਨੇ ਭਾਈ ਦੁਨੀ ਚੰਦ ਜੀ ਨੂੰ ਪਹਿਲਾਂ ਆਗਿਆ ਦਿੱਤੀ। ਦੁਨੀ ਚੰਦ ਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ ਅਤੇ ਦੁਨੀ ਚੰਦ ਰਾਤੋਂ ਰਾਤ ਹੀ ਭੱਜ ਗਿਆ ਅਤੇ ਘਰ ਜਾ ਕੇ ਕਹਿੰਦੇ ਹਨ ਕਿ ਸੱਪ ਲੜ ਕੇ ਖਤਮ ਹੋ ਗਿਆ। ਜਦੋਂ ਅੰਮ੍ਰਿਤ ਵੇਲਾ ਹੋਇਆ, ਸਿੰਘਾਂ ਨੇ ਦੱਸਿਆ ਮਹਾਰਾਜ ਦੁਨੀ ਚੰਦ ਨਜ਼ਰ ਨਹੀਂ ਆ ਰਿਹਾ, ਸਮਾਂ ਹੋ ਗਿਆ ਹਾਥੀ ਦੇ ਆਉਣ ਦਾ, ਹੁਣ ਕੀ ਕਰਨਾ ਚਾਹੀਦਾ। ਤਾਂ ਸਤਿਗੁਰਾਂ ਨੇ ਭਾਈ ਬਚਿੱਤਰ ਸਿੰਘ ਜੀ ਦੇ ਤਾਈਂ ਆਵਾਜ਼ ਦਿੱਤੀ, ਆਪਣੇ ਪਾਸ ਬੁਲਾਇਆ ਔਰ ਉਹਨਾਂ ਨੂੰ ਆਖਿਆ ਕਿ ਐ ਭਾਈ ਬਚਿੱਤਰ ਸਿੰਘ, ਤੂੰ ਉਸ ਮਸਤ ਹਾਥੀ ਦਾ ਮੁਕਾਬਲਾ ਕਰਨਾ ਹੈ। ਕਹਿਣ ਲੱਗਾ ਮਹਾਰਾਜ ਤੁਹਾਡੀ ਬਖਸ਼ਿਸ਼ ਹੋਣੀ ਚਾਹੀਦੀ ਹੈ, ਤੁਹਾਡੀ ਰਹਿਮਤ ਹੋਣੀ ਚਾਹੀਦੀ ਹੈ, ਤੁਹਾਡੀ ਮਿਹਰ ਦੀ ਨਿਗਾਹ ਹੋਣੀ ਚਾਹੀਦੀ ਹੈ। ਇੱਕ ਹਾਥੀ ਦੀ ਤਾਂ ਗੱਲ ਹੀ ਕੀ ਹੈ, ਜੇ ਹਜ਼ਾਰਾਂ ਵੀ ਹਾਥੀ ਇਹਨਾਂ ਪਹਾੜੀਆਂ ਦੇ ਆ ਜਾਣ ਚੱਲ ਕੇ ਤਾਂ ਮੈਂ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਤੁਹਾਡੀ ਕਿਰਪਾ ਦੇ ਨਾਲ ਤਿਆਰ ਪਰ ਤਿਆਰ ਹਾਂ। ਤੋ ਐਸੇ ਸਤਿਗੁਰੂ ਜੀ ਹਨ ਜਿਨ੍ਹਾਂ ਦੇ ਅੰਦਰ ਮਹਾਨ ਸ਼ਕਤੀ, ਜਿਨ੍ਹਾਂ ਦੇ ਵਿੱਚ ਕੋਈ ਸਮਰੱਥਾ ਨਹੀਂ ਹੈ, ਜਿਹੜੇ ਕਹਿੰਦੇ ਸਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੇ ਸਤਿਗੁਰੂ ਜੀ, ਹਮ ਤੋਂ ਤੋਲਣ ਜਾਣੇ ਤਕੜੀ, ਨੰਗੀ ਕਰਦ ਨਾ ਕਬਹੂ ਪਕੜੀ, ਚਿੜੀ ਉਡੀ ਸੇ ਹਮ ਮਰ ਜਾਏ, ਮੁਗਲਨ ਸੇ ਉਹ ਕੈਸੇ ਲੜ ਪਾਏ। ਉਹਨਾਂ ਨੂੰ ਮਹਾਨ ਤਾਕਤਾਂ ਬਖਸ਼ ਦਿੱਤੀਆਂ ਅੰਮ੍ਰਿਤ ਦੀ ਦਾਤ ਦੇ ਕੇ ਔਰ ਉਹਨਾਂ ਨੂੰ ਨਿਰਭੈ ਬਣਾ ਦਿੱਤਾ, ਕਿਉਂਕਿ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਸ ਦੇ ਅੰਦਰ ਇਹ ਤਾਕਤ ਆ ਜਾਂਦੀ ਹੈ, ਇਹ ਸ਼ਕਤੀ ਆ ਜਾਂਦੀ ਹੈ ਕਿ ਉਹ ਨਿਰਭੈ ਹੋ ਜਾਂਦਾ, ਭੈ ਤੋਂ ਰਹਿਤ ਹੋ ਜਾਂਦਾ। ਭਾਵੇਂ ਸੰਸਾਰ ਦੇ ਅੰਦਰ ਸ਼ਾਸਤਰਕਾਰਾਂ ਨੇ ਬਹੁਤ ਸਾਰੇ ਭੈ ਮੰਨੇ ਹਨ, ਖਾਸ ਕਰਕੇ 7 ਪ੍ਰਕਾਰ ਦਾ ਭੈ ਮੰਨਿਆ। ਜੇ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅੰਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹਨਾਂ 7 ਭੈਆਂ ਤੋਂ ਉਹ ਰਹਿਤ ਹੋ ਜਾਂਦਾ। ਉਸ ਦੇ ਮਨ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਰਹਿ ਜਾਂਦਾ। ਪਰਮੇਸ਼ਵਰ ਹੈ, ਹੇ ਵਾਹਿਗੁਰੂ, ਹੇ ਅੰਤਰਜਾਮੀ, ਆਪ ਪਰਮ ਐਸ਼ਵਰ ਵਿਭੂਤੀ ਵਾਲੇ। ਆਪ ਦੀ ਜਿਹੜੀ ਵਿਭੂਤੀ ਹੈ ਉਹ ਮੁੱਕਣ ਵਾਲੀ ਨਹੀਂ ਹੈ, ਅਤੇ ਜਿਹੜੇ ਆਪ ਦੇ ਇਸਤ ਕੀਤੇ ਹੋਏ ਥਾਪੇ ਹੋਏ ਹਨ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਮੋਦੀ ਖਾਨੇ ਦੇ ਵਿੱਚੋਂ ਜੋ ਸਾਜੋ ਸਮਾਨ ਸੀ ਗਰੀਬਾਂ ਨੂੰ ਵਰਤਾਇਆ, ਪਰ ਮੁੱਕਣ ਨਹੀਂ ਦਿੱਤਾ। ਭਾਵੇਂ ਦੌਲਤ ਖਾਂ ਦੇ ਪਾਸ ਉਹਨਾਂ ਦੀਆਂ ਸ਼ਿਕਾਇਤਾਂ ਵੀ ਹੋਈਆਂ, ਜਦੋਂ ਵਿਚਾਰ ਕੀਤੀ ਗਈ, ਵੇਖਿਆ ਗਿਆ ਤਾਂ ਉਸ ਦੇ ਵਿੱਚ ਤੋਟ ਨਾ ਆਵੇ ਵੱਧ ਹੋ ਜਾਏ, ਘਾਟਾ ਨਹੀਂ ਪਿਆ, ਸਗੋਂ ਵਧਿਆ ਹੀ ਹੈ। ਹੇ ਵਾਹਿਗੁਰੂ, ਤੇਰੀ ਜਿਹੜੀ ਵਿਭੂਤੀ ਹੈ ਉਹ ਮਹਾਨ ਹੈ, ਮੁੱਕਣ ਤੋਂ ਰਹਿਤ ਹੈ, ਉਸ ਨੂੰ ਕੋਈ ਖਤਮ ਨਹੀਂ ਕਰ ਸਕਦਾ, ਅਕਿਰਤਾ ਕਿਰਤ ਹੈ। ਆਪ ਸ੍ਰੇਸ਼ਟ ਕਿਰਤ ਦੇ ਤਾਈਂ ਕਰਵਾਉਣ ਵਾਲੇ ਹੋ, ਅਤੇ ਆਪ ਨੇ ਵੀ ਸ੍ਰੇਸ਼ਟ ਕਿਰਤ ਕੀਤੀ ਹੈ। ਅਮਿਰਤਾ ਮਿਰਤ ਹੈ, ਮਿਰਤੂ ਤੋਂ ਰਹਿਤ। ਹੇ ਵਾਹਿਗੁਰੂ, ਆਪ ਦਾ ਸਰੂਪ ਹੈ, ਆਪ ਦੇ ਸਰੂਪ ਨੂੰ ਕੋਈ ਕੱਟ ਨਹੀਂ ਸਕਦਾ, ਕੋਈ ਵੱਢ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਪਾਣੀ ਡੁਬੋ ਨਹੀਂ ਸਕਦਾ। ਤੋ ਜਿਸ ਤਰ੍ਹਾਂ ਹਜ਼ੂਰ ਨੇ ਬਾਣੀ ਦੇ ਅੰਦਰ ਬਚਨ ਕਥਨ ਕੀਤੇ ਹਨ ਕਿ ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਭਗਵਾਨ ਜੀ ਨੇ ਵੀ ਗੀਤਾ ਦੇ ਅੰਦਰ ਇਹ ਬਚਨ ਦਰਸਾਏ ਹਨ। ਉਹ ਕਹਿੰਦੇ ਹਨ ਕਿ ਨੈਨੰ ਛਿਦੰਤੀ ਸ਼ਸਤਰਾਣੀ, ਨੈਨੰ ਦਜਤੀ ਪਾਵਕਾ, ਨਚ ਕਲੇ ਦੇ ਅੰਤ ਆਪੋ ਨੈਨੰ ਸੋਸਤੀ ਮਾਰਤਾ। ਐਸਾ ਉਸ ਦਾ ਸਰੂਪ ਹੈ, ਮਿਰਤੂ ਤੋਂ ਰਹਿਤ ਹੈ, ਨਾਸ ਤੋਂ ਰਹਿਤ ਹੈ। ਵਾਹਿਗੁਰੂ ਅੰਤਰਜਾਮੀ ਇੱਕ ਰਸ ਰਹਿਣ ਵਾਲਾ ਹੈ, ਅਜਵਾ ਕਿਰਤ ਹੈ। ਉਸ ਦੀਆਂ ਜਿਹੜੀਆਂ ਕਿਰਤਾਂ ਕੰਮ ਹਨ ਉਹ ਵੀ ਅਜੀਬ ਕਿਸਮ ਦੇ ਹਨ, ਕਿਉਂਕਿ ਅਜੀਬ ਕਿਸਮ ਦੇ ਇਸ ਵਾਸਤੇ ਹਨ, ਰੀਤੇ ਭਰੇ ਸਖ ਨਾਵੈ ਜਹ ਤਾਂ ਕੋ ਵਿਵਹਾਰੇ। ਇਹ ਉਸ ਦੇ ਕੰਮ ਹਨ। ਜਿਹੜੇ ਗਰੀਬ ਲੋਕ ਹਨ ਉਹਨਾਂ ਨੂੰ ਬਾਦਸ਼ਾਹੀਆਂ ਦੇ ਦੇਣੀਆਂ, ਉਹਨਾਂ ਨੂੰ ਬਾਦਸ਼ਾਹ ਬਣਾ ਦੇਣਾ, ਭਾਵ ਜਿਹੜਾ ਕੰਮ ਨਾ ਹੋਣ ਵਾਲਾ ਹੋਵੇ ਉਸ ਨੂੰ ਕਰ ਦੇਣਾ, ਪੂਰਾ ਕਰ ਦੇਣਾ, ਉਸ ਨੂੰ ਬਣਾ ਦੇਣਾ। ਤੋ ਇਹ ਵਾਹਿਗੁਰੂ ਹੈ ਅੰਤਰਜਾਮੀ, ਐਸੇ ਆਪ ਦੇ ਕੰਮ ਹਨ। ਜਿਹੜੇ ਖਾਲੀ ਹਨ ਉਹਨਾਂ ਨੂੰ ਭਰ ਦੇਣਾ ਲਵਾ ਲਵ, ਅਤੇ ਜਿਹੜੇ ਭਰੇ ਹੋਏ ਹਨ ਉਹਨਾਂ ਨੂੰ ਖਾਲੀ ਕਰ ਦੇਣਾ।
ਇਹ ਮਹਾਰਾਜ ਆਪ ਦੀਆਂ ਅਜੀਬ ਕਿਸਮ ਦੀਆਂ ਹੀ ਵਿਚਾਰਾਂ ਹਨ, ਗੱਲਾਂ ਹਨ। ਤੋ ਐਸਾ ਮਹਾਰਾਜ ਆਪ ਦਾ ਸਰੂਪ ਹੈ, ਮਿਰਤੂ ਤੋਂ ਰਹਿਤ ਹੈ ਤੇ ਨਰ ਨਾਇਕ ਹੈ। ਜਿਹੜੇ ਨਰਾਂ ਦੇ ਰਾਜੇ ਹਨ, ਸੰਸਾਰ ਦੇ ਅੰਦਰ ਬਹੁਤ ਸਾਰੇ ਰਾਜੇ ਮੰਨੇ ਗਏ ਹੈ। ਹੇ ਵਾਹਿਗੁਰੂ, ਹੇ ਅੰਤਰਜਾਮੀ, ਤੂੰ ਉਹਨਾਂ ਦਾ ਵੀ ਰਾਜਾਨ ਰਾਜ, ਉਹਨਾਂ ਦਾ ਵੀ ਰਾਜ ਹੈ, ਮਹਾਨ ਰਾਜ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਹੇ ਵਾਹਿਗੁਰੂ, ਹੇ ਅੰਤਰਜਾਮੀ, ਤੂੰ ਬਹੁਤ ਸਮਰੱਥਾ ਵਾਲਾ ਹੈ, ਬਹੁਤ ਤਾਕਤ ਵਾਲਾ ਹੈ, ਮਿਰਤੂ ਤੋਂ ਰਹਿਤ ਹੈ। ਅਤੇ ਜਿਹੜੇ ਰਾਜੇ ਹਨ ਉਹਨਾਂ ਦਾ ਵੀ ਅਧੋਪਤੀ ਰਾਜ ਹੈ, ਭਾਵ ਵੱਡਾ ਰਾਜਾਨ ਰਾਜ ਹੈ। ਖਲ ਘਾਇਕ ਹੈ, ਜਿਹੜੇ ਖਲ ਮੂਰਖ ਹਨ, ਬੇਸਮਝ ਲੋਕ ਹਨ, ਉਹਨਾਂ ਨੂੰ ਘਾਇਕ ਨਾਮ ਹੈ ਖਤਮ ਕਰਨ ਦਾ। ਉਹਨਾਂ ਨੂੰ ਮਹਾਰਾਜ ਤੂੰ ਨਾਸ਼ ਕਰਨ ਵਾਲਾ। ਹਰਨਾਕਸ਼ ਨੂੰ ਪਰਮੇਸ਼ਰ ਨੇ ਖਤਮ ਕਰ ਦਿੱਤਾ। ਭਾਵੇਂ ਬੜਾ ਉਸ ਦੇ ਮਨ ਦੇ ਅੰਦਰ ਹੰਕਾਰ ਸੀ, ਉਹ ਚਾਹੁੰਦਾ ਸੀ ਕਿ ਮੇਰਾ ਸਾਰੇ ਲੋਕ ਜਾਪ ਕਰਨ ਔਰ ਮੈਨੂੰ ਵੱਡਾ ਆਖਣ, ਪਰ ਉਸ ਵਾਹਿਗੁਰੂ ਨੂੰ ਇਹ ਗੱਲ ਨਾ ਭਾਈ। ਹਰਨਾਕਸ਼ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ। ਪ੍ਰਹਿਲਾਦ ਭਗਤ ਨੂੰ ਆਪਣੇ ਨੂੰ ਬਚਾ ਲਿਆ ਅਤੇ ਹਰਨਾਕਸ਼ ਨੂੰ ਨੋਹਾਂ ਦੇ ਨਾਲ ਹੀ ਪਾੜ ਸੁੱਟਿਆ, ਖਤਮ ਕਰ ਦਿੱਤਾ। ਹੇ ਵਾਹਿਗੁਰੂ, ਤੂੰ ਇਤਨੀ ਸ਼ਕਤੀ ਦਾ, ਇਤਨੀ ਤਾਕਤ ਦਾ ਮਾਲਕ ਹੈ, ਵਿਸੁੰਬਰ ਹੈ, ਸਾਰੇ ਸੰਸਾਰ ਨੂੰ ਭਰਨ ਵਾਲਾ ਹੈ ਔਰ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ। ਕਰੁਣਾਲਯ ਹੈ, ਕਰੁਣਾ ਕਿਰਪਾ ਦਾ ਘਰ ਹੈ ਔਰ ਕਿਰਪਾ ਦੀ ਆਕਰ ਖਾਣੀ ਹੈ। ਨਿਰਪਨਾਇਕ ਹੈ, ਜਿਹੜੇ ਰਾਜੇ ਹਨ ਉਹਨਾਂ ਦੇ ਵੀ ਮਹਾਰਾਜ ਤੂੰ ਸ਼੍ਰੋਮਣੀ ਹੈ ਔਰ ਉਹਨਾਂ ਦੇ ਅੰਦਰ ਵੀ ਮਹਾਨ ਤਾਕਤ ਭਰਨ ਵਾਲਾ ਹੈ, ਤਾਕਤ ਦੇਣ ਵਾਲਾ ਹੈ। ਤੇਰੇ ਪਾਸੋਂ ਹੀ ਉਹ ਤਾਕਤ ਪ੍ਰਾਪਤ ਕਰਦੇ ਹਨ, ਹਾਸਲ ਕਰਦੇ ਹਨ। ਸਰਬ ਪਾਇਕ ਹੈ ਔਰ ਸਾਰੇ ਜਿਤਨੇ ਜੀਵ ਹਨ ਪਾਇਕ, ਇਹਨਾਂ ਦੀ ਮਹਾਰਾਜ ਪਰਵਰਿਸ਼ ਕਰਨ ਵਾਲਾ ਹੈ ਔਰ ਇਹਨਾਂ ਦੇ ਅੰਦਰ ਤੂੰ ਆਪ ਹੀ ਪ੍ਰਵੇਸ਼ ਹੋ ਰਿਹਾ ਹੈ। ਸਾਰੇ ਜਿਤਨੇ ਜੀਵ ਹਨ ਇਹਨਾਂ ਨੂੰ ਰੋਜੀ ਵੀ ਦੇ ਰਿਹਾ ਹੈ ਔਰ ਇਹਨਾਂ ਦੀ ਪਾਲਣਾ ਵੀ ਮਹਾਰਾਜ ਤੂੰ ਆਪ ਹੀ ਕਰ ਰਿਹਾ ਹੈ। ਭਵ ਭੰਜਨ ਹੈ। ਸੰਸਾਰ ਦੇ ਅੰਦਰ ਬੜੇ ਡਰ ਮੰਨੇ ਗਏ ਹਨ, ਉਹਨਾਂ ਡਰਾਂ ਨੂੰ ਮਹਾਰਾਜ ਤੂੰ ਖਤਮ ਕਰ ਦੇਣ ਵਾਲਾ। ਜਿਹੜਾ ਤੇਰਾ ਨਾਮ ਜਪਦਾ ਹੈ, ਤੇਰਾ ਸਿਮਰਨ ਕਰਦਾ ਹੈ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇੜੇ। ਜਿਹੜੇ ਤੇਰੇ ਸੇਵਕ ਬਣ ਗਏ ਹਨ ਹੇ ਵਾਹਿਗੁਰੂ, ਉਹਨਾਂ ਦੇ ਨੇੜੇ ਤਾਂ ਜੰਮ ਵੀ ਨਹੀਂ ਆਉਂਦੇ, ਜੰਮ ਵੀ ਉਹਨਾਂ ਤੋਂ ਡਰਦੇ ਹਨ। ਅਰ ਗੰਜਨ ਹੈ, ਅਰ ਨਾਮ ਹੁੰਦਾ ਦੁਸ਼ਮਣ ਦਾ। ਦੁਸ਼ਮਣ ਨੂੰ ਆਪ ਖੰਡਣ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਸਤਿਗੁਰਾਂ ਨੂੰ ਫਤਿਹ ਕਰਨ ਵਾਸਤੇ 10-10 ਲੱਖ ਫੌਜ ਔਰੰਗਜ਼ੇਬ ਬਾਦਸ਼ਾਹ ਨੇ ਐਨ ਸਨੱਧਬੱਧ ਕਰਕੇ ਭੇਜੀ, ਪਰ ਸਤਿਗੁਰਾਂ ਨੇ ਉਹਨਾਂ ਤੋਂ ਕੋਈ ਭੈ ਨਹੀਂ ਕੀਤਾ, ਉਹਨਾਂ ਤੋਂ ਡਰੇ ਨਹੀਂ ਹਨ, ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ। ਐਸੇ ਆਪ ਦੁਸ਼ਮਣਾਂ ਦੇ ਤਾਈਂ ਖੰਡਣ ਵਾਲੇ ਹਨ, ਗੰਜਣ ਵਾਲੇ ਹਨ, ਨਾਸ਼ ਕਰਨ ਵਾਲੇ ਹਨ। ਰਿਪ ਤਾਪਨ ਹੈ, ਜਿਹੜੇ ਦੁਸ਼ਮਣ ਹਨ ਉਹਨਾਂ ਨੂੰ, ਉਹਨਾਂ ਦੇ ਮਨ ਦੇ ਅੰਦਰ ਡਰ ਪੈਦਾ ਕਰਨ ਵਾਲੇ ਹਨ ਔਰ ਉਹਨਾਂ ਨੂੰ ਜਦੋਂ ਸੁਣਦੇ ਸਨ ਵੀ ਸਤਿਗੁਰੂ ਜੀ ਇਤਨੇ ਬਹਾਦਰ ਹਨ ਔਰ ਉਹਨਾਂ ਨੂੰ ਸਤਿਗੁਰਾਂ ਦਾ ਜਸ ਸੁਣ ਕੇ ਹੀ ਤਾਪ ਚੜ੍ਹ ਜਾਂਦਾ ਸੀ। ਅਤੇ ਜਿਹੜੇ ਪਹਾੜੀਏ ਹਨ ਇਹ ਇਤਨੇ ਕੰਬਦੇ ਸਨ, ਡਰਦੇ ਸਨ ਵੀ ਸਤਿਗੁਰੂ ਜੀ ਕਿਤੇ ਸਾਡੇ ਵੱਲ ਨਾ ਆ ਜਾਣ। ਜਪ ਜਾਪਨ ਹੈ। ਹੇ ਵਾਹਿਗੁਰੂ, ਜਿਹੜਾ ਤੇਰਾ ਜਾਪ ਜਪਦਾ ਹੈ ਉਹ ਆਪ ਵੀ ਉਸ ਜਾਪ ਦਾ ਰੂਪ ਹੋ ਜਾਂਦਾ ਹੈ, ਆਪ ਵੀ ਉਸ ਦਾ ਰੂਪ ਹੀ ਬਣ ਜਾਂਦਾ ਹੈ। ਐਸੇ ਆਪ ਦਾ ਮਹਾਰਾਜ ਸਰੂਪ ਹੈ। ਤੋ ਇੱਥੇ ਹੀ ਸਮਾਪਤੀ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਮਹਾਨ ਪਾਵਨ ਪਵਿੱਤਰ ਉਪਦੇਸ਼ ਹੈ, ਇਸ ਨੂੰ ਆਪਣੇ ਮਨਾਂ ਦੇ ਅੰਦਰ ਧਾਰੀਏ। ਲੋਕ ਸੁਖੀ ਪਰਲੋਕ ਸੁਹੇਲੇ ਹੋਈਏ। ਇਹਨਾਂ ਕੁਝ ਕਹਿੰਦਾ ਹੋਇਆ ਹੀ ਖਿਮਾ ਦਾ ਜਾਚਕ ਹਾਂ। ਇੱਥੇ ਹੀ ਫਤਿਹ ਬੁਲਾਈਏ। ਭੁੱਲਾਂ ਚੁੱਕਾਂ ਦੀ ਮੁਆਫੀ।